पद पंकज बंधन सिमरो अंगद दुख निकंदन गुर अमरदास हृदय नित त्याऊं हृदय नित त्याऊं श्री गुरु रामदास गुण गाऊं गुर अर्जन विघ्नन के नासक विघ्नन के नासक श्री हर गोविंद शुभ सुमत प्रकाशक श्री हर राय नमो कार जोरी नमो कार जोरी श्री हर कृष्ण मनाओ गुर तेग बहादुर परम केर पाला वाहिगुरु परम केर पाला श्री गुरु गोविंद सिंह विशाला तारो तारा तार पुना पुना सीसा वाहिगुरु पुना पुना सीसा बंदो बार बार जगदीशा जा में अमृत ज्ञान है माणिक भगत बैराग श्री गुरु ग्रंथ साहिब उधद बंदों कर अनुराग एकंकारा सतगुरु तेह प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए। श्री वाहिगुरु जी खंडे तारु चलहे नह गिरे सूखम अधका केस ते परे नहीं कमाए सक होंगे ताही प्राणन को पलटो जिस माही। वाहिगुरु जी का खालसा वाहिगुरु जी की फतेह। जुग हो जुग अटल चवर छतर तखत दे मालिक तन तन साहिब सतगुरु श्री गुरु ग्रंथ साहिब महाराज सच्चे पातशाह जी दी पावन पवित्र खजूरी अंदर सज बैठी साध संगत जीओ आप जी वड भागे हो जो निता प्रति इस पवित्र दरबार विच बैठ के सतगुरां दी अमृतमयी बाणी दा कीर्तन और उपरंत लड़ीवार गुर इतिहास की कथा नूं श्रवण करदे हो। साध संगत जीओ कल आपां ने दीवान विच गुर इतिहास इथों तक विचारिया और श्रवण कीता। भाई मंझ जी ने धन गुरु अर्जन देव महाराज सच्चे पातशाह जी दे पवित्र चरण कमलों विच आके बेनती कीती है। आख्या महाराज जी
ਕਿਰਪਾ ਕਰੋ ਮੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਮੇਰੇ ਅੰਦਰ ਇਹ ਬਹੁਤ ਲਾਲਸਾ ਹੈ, ਇੱਛਾ ਹੈ, ਮੈਂ ਸਿੱਖੀ ਨੂੰ ਧਾਰਨ ਕਰਾਂ, ਗੁਰੂ ਨਾਨਕ ਦੇ ਦਰ ਦਾ ਸੇਵਾਦਾਰ ਸਿੱਖ ਬਣ ਕੇ ਮੈਂ ਆਪਣਾ ਜੀਵਨ ਸਫਲਾ ਕਰਾਂ, ਐਸੀ ਮੇਰੇ ਤੇ ਕਿਰਪਾ ਕਰੋ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਬਚਨ ਕਰਦੇ ਨੇ, ਕਹਿਣ ਲੱਗੇ, ਐ ਭਾਈ ਮੰਝ, ਤੇਰੀ ਜਿਗਿਆਸਾ ਔਰ ਭਾਵਨਾ ਤਾਂ ਬਹੁਤ ਸ੍ਰੇਸ਼ਟ ਹੈ, ਚੰਗੀ ਹੈ, ਪਰ ਤੈਨੂੰ ਇੱਕ ਗੱਲ ਦੱਸਦੇ ਆਂ, ਸਿੱਖੀ ਬੜੀ ਬਰੀਕ ਹੈ। ਤੂੰ ਗੁਰੂ ਨਾਨਕ ਦੇ ਘਰੋਂ ਸਰਵੋਤਮ ਦਾਤ ਮੰਗੀ ਹੈ। ਇਹ ਸਿੱਖੀ ਬਹੁਤ ਬਰੀਕ ਹੈ, ਬੜੀ ਸੂਖਮ ਹੈ। ਤੂੰ ਪਿੰਡ ਦਾ ਚੌਧਰੀ ਹੈ, ਇਲਾਕੇ ਵਿੱਚ, ਨਗਰ ਵਿੱਚ, ਲੋਕਾਂ ਵਿੱਚ ਤੇਰੀ ਬਹੁਤ ਇੱਜ਼ਤ ਮਾਨ ਸਤਕਾਰ ਹੈ। ਤੂੰ ਸਖੀ ਸਰਬਤ ਦਾ ਚੇਲਾ ਵੀ ਹੈ। ਇਹ ਸਾਰਾ ਕੁਝ ਤੈਨੂੰ ਛੱਡਣਾ ਪਵੇਗਾ। ਸਿੱਖੀ ਨੂੰ ਧਾਰਨ ਕਰਦਿਆਂ ਇਸ ਖੰਡੇ ਦੀ ਧਾਰ ਤੇ ਤੈਨੂੰ ਚੱਲਣਾ ਪਵੇਗਾ। ਕੀ ਇਹ ਸਾਰਾ ਕੁਝ ਤੂੰ ਸਹਿ ਲਵੇਂਗਾ? ਕਿਉਂਕਿ ਸਿੱਖੀ ਬਹੁਤ ਵੱਡੀ ਦਾਤ ਹੈ। ਗੁਰੂ ਕੇ ਸਵਾਰੋ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਬਚਨ ਕਹਿੰਦੇ ਨੇ, ਤੇ ਅੱਗੋਂ ਇਹਨਾਂ ਬਚਨਾਂ ਨੂੰ ਸੁਣ ਕੇ ਭਾਈ ਮੰਝ ਕੀ ਬੇਨਤੀ ਕਰਦੇ ਨੇ। ਆਓ ਗੁਰੂ ਕੇ ਸਵਾਰੋ ਇਦੋਂ ਅੱਗੇ ਇਤਿਹਾਸ ਦੀ ਵਿਚਾਰ ਅੱਜ ਦੇ ਦੀਵਾਨ ਵਿੱਚ ਆਪਾਂ ਗੁਰੂ ਕੀ ਬਖਸ਼ਿਸ਼ ਸਦਕਾ ਵਿਚਾਰਾਂਗੇ ਔਰ ਸ਼ਰਵਣ ਕਰਾਂਗੇ। ਕੁਝ ਕਹਿਣ ਤੋਂ ਪਹਿਲਾਂ ਸਾਰੇ ਇੱਕ ਵਾਰੀ ਰਸਨਾ ਕਰੋ ਪਵਿੱਤਰ, ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਖੰਡੇ ਤਾਰੂ ਚਲਹੇ ਨਹਿ ਗਿਰੇ, ਸੂਖਮ ਅਧਿਕਾ ਕੇਸ ਤੇ ਪਰੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਐ ਮੰਝ, ਇਹ ਖੰਡੇ ਧਾਰ ਮਾਰਗ ਹੈ। ਇਸ ਖੰਡੇ ਦੀ ਧਾਰ ਤੇ ਕਦਮ ਰੱਖਦਿਆਂ ਗਿਰਨਾ ਵੀ ਨਹੀਂ ਹੁੰਦਾ। ਬਹੁਤ ਸੂਖਸ਼ਮ ਰਸਤਾ ਹੈ, ਕੇਸ ਤੋਂ ਵੀ ਬਰੀਕ ਹੈ। ਇਹ ਤੂੰ ਜਿਹੜੀ ਸਿੱਖੀ ਦੀ ਦਾਤ ਮੰਗੀ ਹੈ। ਨਹੀਂ ਕਮਾਏ ਸਕ ਹੋਗੇ ਤਾਹੀ, ਪ੍ਰਾਨਨ ਕੋ ਪਲਟੋ ਜਿਸ ਮਾਹੀ। ਕਹਿਣ ਲੱਗੇ, ਐ ਭਾਈ ਮੰਝ, ਤੂੰ ਇਸ ਸਿੱਖੀ ਨੂੰ ਕਮਾ ਨਹੀਂ ਸਕੇਗਾ, ਕਿਉਂਕਿ ਇਹਦਾ ਬਦਲਾ ਪ੍ਰਾਣ ਹਨ। ਜੇ ਪ੍ਰਾਣ ਆਪਣੇ ਕੁਰਬਾਨ ਕਰਨ ਲਈ ਤਿਆਰ ਹੈ, ਐਡੀ ਵੱਡੀ ਮੁਸ਼ੱਕਤ ਹੈ, ਭਾਵ ਸਾਰਾ ਜੀਵਨ ਹੀ ਬਦਲਣਾ ਪਵੇਗਾ ਔਰ ਬੜਾ ਸੂਖਸ਼ਮ ਰਸਤੇ ਤੇ ਚੱਲਣਾ ਹੋਵੇਗਾ। ਆਪਾ ਜਹਾਂ ਜਨਾਵੋ ਨਾਹੀ, ਦੇਹ ਸੀਸ ਪਰ ਸੀ ਨਾ ਕਰਾਹੀ। ਭਾਈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਐ ਮੰਝ, ਇਸ ਸਿੱਖੀ ਨੂੰ ਕਮਾਉਂਦਿਆਂ ਹੋਇਆਂ ਆਪਣਾ ਆਪਾ ਨਹੀਂ ਜਣਾਣਾ ਹੁੰਦਾ, ਬਿਲਕੁਲ ਨਹੀਂ ਜਣਾਣਾ ਹੁੰਦਾ। ਇਹਦੇ ਵਿੱਚ ਆਪਣਾ ਆਪਾ ਗਵਾਣਾ ਹੁੰਦਾ ਹੈ। ਦੇ ਸੀਸ, ਇਹਦੇ ਚ ਸੀਸ ਭੇਟਾ ਕਰਨਾ, ਪਰ ਸੀਸ ਭੇਟਾ ਕਰਕੇ ਵੀ ਸੀ ਨਾ ਕਰਾਹੀ। ਸੀਸ ਦੇ ਕੇ ਵੀ ਸੀ ਕਰਨ ਦੀ ਇੱਥੇ ਜਗ੍ਹਾ ਨਹੀਂ ਹੈ। ਇਹ ਸਿੱਖੀ ਇੰਨੀ ਬਰੀਕ ਹੈ। ਹਰ ਜਬ ਸਿੱਖ ਹਮਾਰੋ ਹੋਵੇ, ਆਪ ਜਸ ਲਹਿ ਸਕਲ ਧਨ ਖੋਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਐ ਮੰਝ, ਅਗਲੀ ਗੱਲ ਤੈਨੂੰ ਹੋਰ ਕਹਿ ਦੇਨੇ ਆ। ਜਦੋਂ ਤੂੰ ਸਾਡਾ ਸਿੱਖ ਹੋਵੇਂਗਾ, ਆਪ ਜਸ ਲਹਿ ਸਕਲ ਧਨ ਖੋਵੇ, ਦੋ ਗੱਲਾਂ ਹੋਣਗੀਆਂ। ਪਹਿਲੀ, ਕਹਿਣ ਲੱਗੇ, ਤੇਰਾ ਇੱਜ਼ਤ ਮਾਣ ਜਿਹੜਾ ਅੱਜ ਬਣਿਆ ਹੋਇਆ ਇਹ ਨਹੀਂ ਰਹੇਗਾ। ਦੂਸਰੀ ਗੱਲ, ਜੋ ਤੇਰੇ ਕੋਲ ਧਨ ਹੈ, ਦੌਲਤ ਹੈ, ਉਹ ਵੀ ਨਹੀਂ ਰਹੇਗੀ, ਕਿਉਂਕਿ ਤੂੰ ਸਿੱਖੀ ਨੂੰ ਕਬੂਲ ਕਰਨਾ ਹੈ। ਖੁੱਲ ਕੇ ਲੋਗ ਕਰਹਿ ਉਪਹਾਸ,
ਨਹੀਂ ਬੈਠੇ ਦੇਹ ਨਿਜ ਪਾਸ। ਕਹਿ ਲਗੇ ਐ ਭਾਈ ਮੰਝ, ਜਿਹੜੇ ਕੁੱਲ ਦੇ ਲੋਕ ਨੇ, ਤੇਰੇ ਕੁੱਲ ਦੇ, ਤੇਰੇ ਸੰਬੰਧੀ ਜਾਂ ਆਸੇ ਪਾਸੇ ਦੇ ਹੋਰ ਲੋਕ ਤੇਰਾ ਉਪਕਾਸ ਕਰਨਗੇ, ਮਖੌਲ ਕਰਨਗੇ। ਨਹੀਂ ਬੈਠ ਪੈ ਦੇਹ ਨਿਜ ਪਾਸ, ਨਾ ਤਾਂ ਉਹ ਆਪ ਤੇਰੇ ਕੋਲ ਬੈਠਣਗੇ, ਨਾ ਕਹਿੰਦੇ ਨੇ ਕਿਸੇ ਨੂੰ ਤੇਰੇ ਕੋਲ ਉਹ ਬੈਠਣ ਦੇਣਗੇ। ਕੀਤੀ ਬਾਤ ਸਹੋ ਮਨ ਲਾਏ, ਤਉ ਹਮਰੋ ਸਿੱਖ ਹੂਜੇ ਆਏ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮੰਝ ਜੇ ਇੰਨੀ ਗੱਲ ਤੂੰ ਸਹਿਣ ਲਈ ਤਿਆਰ ਹੈ ਤਾਂ ਫਿਰ ਤੂੰ ਸਾਡਾ ਸਿੱਖ ਆ ਕੇ ਹੋ, ਫਿਰ ਤਾਂ ਗੱਲ ਪ੍ਰਵਾਨ ਹੈ। ਪਰ ਆ ਗੱਲਾਂ ਤੈਨੂੰ ਸਾਰੀਆਂ ਯਾਦ ਰੱਖਣੀਆਂ ਚਾਹੀਦੀਆਂ ਹਨ। ਨਾਹੀਂ ਤਾਂ ਸੇਵੋ ਪੀਰ ਮੁਕਾਮੋ, ਸਿੱਖੀ ਕੋ ਲੀਜੇ ਨਹਿ ਨਾਮੋ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਨਹੀਂ ਤਾਂ ਭਾਈ ਮੰਝ ਜੇ ਤੇਰਾ ਮਨ ਨਹੀਂ ਕਰਦਾ, ਆ ਜੋ ਗੱਲਾਂ ਬਚਨ ਕਹੇ ਨੇ, ਜੇ ਤੈਨੂੰ ਇਹ ਬਚਨ ਪ੍ਰਵਾਨ ਨਹੀਂ ਤਾਂ ਫਿਰ ਇਉਂ ਕਰ ਬਈ ਤੂੰ ਜਿਵੇਂ ਆਪਣੇ ਪੀਰ ਨੂੰ ਘਰ ਵਿੱਚ ਪੂਜਦਾ, ਕਿਉਂਕਿ ਉਹ ਸਖੀ ਸਰਵਰ ਦਾ ਚੇਲਾ ਸੀ, ਜਿਵੇਂ ਤੂੰ ਆਪਣੇ ਘਰ ਵਿੱਚ ਪੀਰ ਨੂੰ ਪੂਜਦਾ ਹੈ, ਕਹਿੰਦੇ ਇਸੇ ਤਰ੍ਹਾਂ ਉਹਦੀ ਪੂਜਾ ਕਰਦਾ ਰਹਿ। ਠੀਕ ਹੈ, ਤੂੰ ਸਿੱਖੀ ਦਾ ਨਾਮ ਨਾ ਫਿਰ ਲਈ, ਸਿੱਖੀ ਬੜੀ ਬਰੀਕ ਹੈ। ਰਾਖੋ ਧਨ ਕੁਲ ਕੀ ਵਡਿਆਈ, ਸਿੱਖੀ ਧਰ ਕਿਉਂ ਲੈ ਦੁਖ ਪਾਈ। ਗੁਰੂ ਕੇ ਸਵਾਰੋ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਐ ਮੰਝ ਤੂੰ ਆਪਣੇ ਘਰ ਵਿੱਚ ਧਨ ਵੀ ਰੱਖ, ਕੁੱਲ ਦੀ ਵਡਿਆਈ ਵੀ ਰੱਖ, ਐਵੇਂ ਸਿੱਖੀ ਨੂੰ ਧਾਰਨ ਕਰਕੇ ਕਾਹਦੇ ਲਈ ਦੁੱਖ ਪਾਣ ਲੱਗਾ। ਖਿਆਲ ਕਰਿਓ ਗੁਰੂ ਕੇ ਸਵਾਰਿਓ, ਉਸ ਸਿੱਖੀ ਦੀ ਵਿਆਖਿਆ ਸਤਿਗੁਰੂ ਜੀ ਇੱਥੇ ਸਮਝਾਉਂਦੇ ਨੇ, ਕਿਉਂਕਿ ਸਿੱਖੀ ਸੂਖਸ਼ਮ ਹੈ, ਖੰਡੇ ਧਾਰ ਹੈ। ਇੱਥੇ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ, ਆਪਣਾ ਆਪਾ ਗਵਾਣਾ ਹੁੰਦਾ। ਜਦੋਂ ਕੋਈ ਸਿੱਖ ਬਣਦਾ ਹੈ, ਗੁਰੂ ਸਾਹਿਬ ਉਸ ਤੇ ਮਿਹਰ ਕਰਦੇ ਨੇ, ਤਾਂ ਪਿਛਲਾ ਜੋ ਕੁਝ ਉਹਨੇ ਬਣਾਇਆ ਹੈ, ਜੋ ਕੁਝ ਉਹ ਹੈ, ਉਸ ਨੂੰ ਢਾਂਦੇ ਨੇ, ਉਸ ਨੂੰ ਖਤਮ ਕਰਦੇ ਨੇ, ਫਿਰ ਉਹਦੇ ਵਿੱਚ ਸ਼ੁੱਧ ਸਿੱਖੀ ਦੀ ਦਾਤ ਟਿਕਾਉਂਦੇ ਨੇ। ਇਹਦਾ ਮਤਲਬ ਇਹ ਨਾ ਸਮਝਣਾ ਵੀ ਜਿਹੜਾ ਸਿੱਖ ਬਣੇ, ਸਿੱਖੀ ਗ੍ਰਹਿਣ ਕਰੇ, ਉਹਦੇ ਘਰ ਧਨ ਨਹੀਂ ਰਹਿੰਦਾ ਜਾਂ ਉਹਦੀ ਵਡਿਆਈ ਨਹੀਂ ਹੁੰਦੀ, ਐਸੇ ਇਹਦੇ ਅਰਥ ਨਹੀਂ ਹਨ। ਇਹਦਾ ਗੁਰੂ ਕੇ ਸਵਾਰ ਭਾਵ ਇਹ ਹੈ ਵੀ ਜਿਸ ਧਨ ਕਰਕੇ, ਜਿਸ ਵਡਿਆਈ ਕਰਕੇ ਮੰਝ ਅੰਦਰ ਹਉਮੈ ਬਣੀ ਹੈ, ਸਭ ਤੋਂ ਪਹਿਲਾਂ ਉਸ ਵਡਿਆਈ ਦਾ ਮੂਲ ਹੀ ਖਤਮ ਕਰਨਾ ਹੋਵੇਗਾ, ਤਾਂ ਸਿੱਖੀ ਟਿਕੇਗੀ। ਧਨ ਦੀ ਹਉਮੈ ਹੁੰਦੀ ਹੈ, ਤਨ ਦੀ ਹਉਮੈ ਹੁੰਦੀ ਹੈ, ਜਾਂ ਗੁਰੂ ਕੇ ਸਵਾਰੋ ਚਾਰ ਬੰਦੇ ਵਡਿਆਈ ਕਰਨ, ਉਹਦੀ ਹਉਮੈ ਹੁੰਦੀ। ਤਾਂ ਗੁਰੂ ਸਾਹਿਬ ਕਹਿੰਦੇ ਪਹਿਲਾਂ ਸਾਰਾ ਕੁਝ ਇਹ ਜਾਏਗਾ, ਕਿਉਂਕਿ ਇਹ ਹਉਮੈ ਦਾ ਮੂਲ ਹੈ ਨਾ। ਇਹ ਜੇ ਕਿਸੇ ਕੋਲ ਰਿਹਾ ਹੀ ਨਹੀਂ, ਫਿਰ ਉਹ ਕਾਹਦੀ ਹਉਮੈ ਕਰੇਗਾ। ਜੇ ਹਉਮੈ ਨਹੀਂ ਤਾਂ ਫਿਰ ਕਹਿੰਦੇ ਉਹਦੇ ਵਿੱਚ ਸਿੱਖੀ ਟਿਕ ਜਾਏਗੀ। ਗੱਲ ਉਹ ਇਹ ਸਮਝਾਉਂਦੇ ਨੇ ਕਿ ਐ ਮੰਝ ਦੇਖ, ਇਹ ਰਸਤਾ ਕੁਝ ਬਣਨ ਦਾ ਨਹੀਂ, ਇਹ ਰਸਤਾ ਮਿਟਣ ਦਾ ਰਸਤਾ ਹੈ। ਭਾਈ ਗੁਰਦਾਸ ਸਾਹਿਬ ਵੀ ਬਚਨ ਆਪਣੀਆਂ ਵਾਰਾਂ ਵਿੱਚ ਕਰਦੇ ਨੇ, ਕਹਿਣ ਲੱਗੇ ਮੁਰਦਾ ਕੀ ਹੈ, ਮੁਰੀਦ ਕੀ ਹੈ। ਮੁਰੀਦ ਮੁਰਦਾ ਹੈ। ਜਿਸ ਮੁਰੀਦ ਦੇ ਅੰਗ ਪੈਰ ਹਿੱਲ ਗਿਆ, ਜਿਹਦੀ ਕੋਈ ਆਪਣੀ ਸੋਚ ਰਹਿ ਗਈ ਮੁਰਸ਼ਦ ਦੇ ਅੱਗੇ, ਉਹ ਗੁਰੂ ਕੇ ਸਵਾਲ ਉਹ ਮੁਰੀਦ ਵੀ ਕਿਵੇਂ ਹੋ ਸਕਦਾ, ਸੇਵਾਦਾਰ ਕਿਵੇਂ ਹੋ ਸਕਦਾ। ਸਤਿਗੁਰਾਂ ਨੇ ਬਚਨ ਕਿਹਾ, ਸੇਵਕ ਕਹੀਏ ਖਸਮ ਕਾ ਸੌਵੇ ਉੱਤਰ ਦੇ। ਉਹ ਕਿਹੜਾ ਖਸਮ ਦਾ ਸੇਵਾਦਾਰ ਹੋਵੇ ਤੇ ਸਾਹਮਣੇ ਮਾਲਕ ਨੂੰ ਜਵਾਬ ਦੇਵੇ। ਐਸੀ ਸੇਵਾਦਾਰੀ ਪਾਤਸ਼ਾਹ ਕਹਿੰਦੇ ਪ੍ਰਵਾਨ ਨਹੀਂ। ਮੰਝ ਤੂੰ ਸਿੱਖੀ ਦੀ ਦਾਤ ਮੰਗੀ ਹੈ, ਇਹ ਸਾਰਾ ਕੁਝ ਪਹਿਲਾਂ ਖਤਮ ਹੋਵੇਗਾ। ਦੇਖ ਲਈ, ਫਿਰ ਨਾ ਕਹੀਂ ਕਿ ਮੇਰੀ ਚੌਧਰ ਵੀ ਨਹੀਂ ਰਹੀ ਹੈ, ਫਿਰ ਨਾ ਇਹ ਗੱਲ ਕਹੀਂ ਕਿ ਮੇਰੇ ਕੋਲ ਧਨ ਨਹੀਂ ਰਿਹਾ, ਫਿਰ ਤੂੰ ਇਹ ਗੱਲ ਨਾ ਕਹੀਂ ਕਿ ਮੇਰੇ ਕੋਲ ਆ ਸੁਖ ਆਰਾਮ ਜਿਹੜੇ ਲੋਕ ਅੱਗੇ ਪਿੱਛੇ ਸਨ ਉਹ ਨਹੀਂ ਰਹੇ। ਕਹਿਣਗੇ ਤੂੰ ਸਿੱਖੀ ਕਮਾਣੀ ਹੈ, ਇਸ ਕਰਕੇ ਤੈਨੂੰ ਟੋਟਲ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਪੈਗੀ। ਜੇ ਇਹ ਗੱਲ ਨਹੀਂ ਪ੍ਰਵਾਨ
ਨਾ ਫਿਰ ਜਿਵੇਂ ਤੂੰ ਪੀਰ ਆਪਣੇ ਦੀ ਪੂਜਾ ਪ੍ਰਤਿਸ਼ਠਾ ਕਰਦਾ ਉਸ ਤਰ੍ਹਾਂ ਆਪਣੇ ਘਰ ਕਰੀਆ, ਸਿੱਖੀ ਦਾ ਨਾਮ ਨਹੀਂ ਲੈਣਾ ਹੈ। ਸੁਨ ਕੈ ਏਮ ਬਾਕਣ ਗੁਰ ਪਾਸ, ਅੰਜੁਲ ਬਾਂਧ ਕੀਨ ਅਰਦਾਸ। ਗੁਰੂ ਕੇ ਸਵਾਰੂ ਇਹ ਬਚਨ ਜਦੋਂ ਭਾਈ ਮੰਝ ਜੀ ਨੇ ਸਤਿਗੁਰੂ ਜੀ ਦੇ ਸੁਣੇ ਤੇ ਸੁਣ ਕੇ ਉਹਨੇ ਦੋਵੇਂ ਹੱਥ ਜੋੜ ਲਏ। ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਪਿਆਰ ਸਹਿਤ ਅਧੀਨਗੀ ਨਾਲ, ਸ਼ਰਧਾ ਭਾਵਨਾ ਨਾਲ ਇਹ ਬੇਨਤੀ ਕਰਦਾ ਹੈ। ਜਬ ਕੋ ਰਾਵਰ ਦਰਸ਼ਨ ਜੋਵਾ, ਸੁਣ ਬੋ ਸ਼ਰੋਤੋ ਵਾਕਣ ਕੋ ਹੋਆ। ਕਹਿਣ ਲੱਗਾ ਮਹਾਰਾਜ ਜੀ ਜਦੋਂ ਆਪ ਜੀ ਦੇ ਜਿਸ ਦਿਨ ਤੋਂ ਜਿਸ ਵੇਲੇ ਤੋਂ ਆਪ ਜੀ ਦੇ ਦਰਸ਼ਨ ਹੋਏ ਨੇ ਔਰ ਜਿਸ ਉਸ ਵੇਲੇ ਤੋਂ ਤੁਹਾਡੇ ਬੋਲਾਂ ਨੂੰ, ਤੁਹਾਡੇ ਬਚਨਾਂ ਨੂੰ ਸੁਣਨ ਦਾ ਸਬਬ ਬਣਿਆ ਹੈ। ਤਬ ਕੋ ਮਾਨੋ ਹਮਰੋ ਹਟ ਗਇਓ, ਹਿਰਦੈ ਵਿਚਾਰ ਤੋ ਲੱਜਤ ਭਇਓ। ਕਹਿਣ ਲੱਗੇ ਮਹਾਰਾਜ ਤਦ ਦਾ ਮੇਰਾ ਮਨ ਸਖੀ ਸਰਵਰ ਵੱਲੋਂ ਹਟ ਗਿਆ ਜਦੋਂ ਦੇ ਤੁਹਾਡੇ ਦਰਸ਼ਨ ਕੀਤੇ ਨੇ, ਜਦੋਂ ਦੇ ਤੁਹਾਡੇ ਬਚਨ ਬਲਾਸ ਸੁਣੇ ਨੇ। ਪਹਿਲਾਂ ਮੈਂ ਸਖੀ ਸਰਵਰ ਦੀ ਪੂਜਾ ਕਰਦਾ ਸਾਂ, ਪਰ ਜਿਸ ਦਿਨ ਤੋਂ ਤੁਹਾਡੇ ਦਰਸ਼ਨ ਹੋਏ ਨੇ, ਤੁਹਾਡੇ ਬਚਨ ਸੁਣੇ ਨੇ, ਮੇਰਾ ਮਨ ਸਖੀ ਸਰਵਰ ਦੀ ਸੇਵਾ ਤੋਂ ਹਟ ਗਿਆ। ਕਹਿਣ ਤੋਂ ਭਾਵ ਇਹ ਹੈ ਮੈਂ ਉਸ ਨੂੰ ਛੱਡ ਦਿੱਤਾ ਹੈ। ਹਿਰਦੇ ਵਿਚਾਰਦ, ਹਿਰਦੇ ਵਿੱਚ ਵਿਚਾਰਦਾ ਵੀ ਇਹ ਤਾਂ ਮੈਂ ਸਾਰਾ ਕੁਝ ਆਪਣੇ ਜੀਵਨ ਵਾਸਤੇ ਅੱਜ ਤੱਕ ਗਲਤੀ ਕਰਦਾ ਰਿਹਾ। ਲੱਜਤ ਭਇਓ, ਮੈਨੂੰ ਇਹ ਵਿਚਾਰ ਕੇ ਸ਼ਰਮ ਆਉਂਦੀ ਹੈ ਕਿ ਮੈਂ ਇੰਨੀ ਜ਼ਿੰਦਗੀ ਇਹ ਕੁਝ ਕੀ ਕਰਦਾ ਰਿਹਾ ਹਾਂ। ਸਰਵਰ ਤੁਰਕ ਨਾ ਅਜਮਤ ਜਾਹੀ, ਦੇਖਾ ਦੇਖੀ ਨਰ ਜਗ ਮਾਹੀ। ਕਹਿਣ ਲੱਗੇ ਮਹਾਰਾਜ ਜਿਹੜਾ ਸਰਵਰ ਹੈ ਉਹ ਤਾਂ ਤੁਰਕ ਹੈ, ਨਾ ਉਹਦੇ ਵਿੱਚ ਕੋਈ ਅਜ਼ਮਤ ਹੈ, ਕੋਈ ਤਾਕਤ ਹੈ। ਬਸ ਦੇਖਾ ਦੇਖੀ ਲੋਕ ਕਹਿੰਦੇ ਨੇ, ਇੱਕ ਦੂਜੇ ਦੇ ਪਿੱਛੇ ਤੁਰੇ ਜਾਂਦੇ ਨੇ। ਤੇ ਮਹਾਰਾਜ ਮੈਂ ਵੀ ਲੋਕਾਂ ਦੇ ਪਿੱਛੇ ਜਿਵੇਂ ਲੋਕ ਜਾਂਦੇ ਨੇ, ਮੈਂ ਵੀ ਇਸੇ ਤਰ੍ਹਾਂ ਜਾਂਦਾ ਰਹਿੰਦਾ ਸਾਂ। ਸੀਸ ਨਿਵਾਵਹਿ ਤੁਰਕ ਅਗਾਰੀ, ਖੋਏ ਧਰਮ ਨਰ ਤਨ ਦੇਹਾਰੀ। ਕਹਿਣ ਲੱਗੇ ਮਹਾਰਾਜ ਉਸ ਤੁਰਕ ਦੇ ਅੱਗੇ ਲੋਕ ਜਾ ਕੇ ਸਿਰ ਨਵਾਉਂਦੇ ਨੇ, ਆਪਣਾ ਧਨ, ਆਪਣਾ ਧਰਮ ਵੀ ਗਵਾ ਲੈਂਦੇ ਹਨ ਤੇ ਮਨੁੱਖਾ ਦੇਹੀ ਦਾ ਜਿਹੜਾ ਪ੍ਰਯੋਜਨ ਹੈ ਉਸ ਨੂੰ ਵੀ ਉਹ ਖਤਮ ਕਰਦੇ ਹਨ, ਉਹਦਾ ਵੀ ਕੋਈ ਅਰਥ ਨਹੀਂ ਨਿਕਲਦਾ। ਹਮ ਹਿੰਦੂ ਉੱਤਮ ਤਨ ਪਾਏ, ਨੀਚ ਮਲੇਛੇ ਸੀਸ ਨਿਵਾਏ। ਮਹਾਰਾਜ ਅਸੀਂ ਹਿੰਦੂ ਪਰਿਵਾਰ ਚੋਂ ਹਾਂ, ਪਰ ਜਾ ਕੇ ਕਿਸੇ ਤੁਰਕ ਅੱਗੇ ਮੱਥਾ ਟੇਕਣਾ, ਸੀਸ ਨਿਵਾਣਾ, ਇਹ ਕੋਈ ਗੱਲ ਮੈਨੂੰ ਚੰਗੀ ਨਹੀਂ ਲੱਗੀ ਹੈ। ਜਿਹੜਾ ਮਾਰਗ ਤੁਸਾਂ ਨੇ ਦੱਸਿਆ ਹੈ ਇਹ ਮਾਰਗ ਭਾਵੇਂ ਸੂਖਸ਼ਮ ਹੈ, ਪਰ ਮੇਰਾ ਮਨ ਇਧਰ ਤੁਰ ਪਿਆ ਹੈ ਤੇ ਤੁਹਾਡੇ ਬਚਨ ਸੁਣ ਕੇ ਇਸ ਸਖੀ ਸਰਵਰ ਦੀ ਸੇਵਾ ਵੱਲੋਂ ਹਟ ਗਿਆ ਹੈ। ਇਸ ਤੇ ਪਰੇ ਅਧਰਮ ਨ ਔਰ, ਲਹਿ ਸਜਾਏ ਨਰਕ ਕੀ ਠੌਰ। ਕਹਿ ਲਗੇ ਮਹਾਰਾਜ ਮੈਨੂੰ ਮਹਿਸੂਸ ਹੋਇਆ ਵੀ ਇਸ ਤੋਂ ਪਰੇ ਕੋਈ ਐ ਧਰਮ ਨਹੀਂ ਹੈ। ਐੜਾ ਅਗੇਤਰੇ ਦਾ ਮਤਲਬ ਧਰਮ ਤੋਂ ਰਹਿਤ ਕੋਈ ਵੀ ਇਹੋ ਜਿਹੀ ਹੋਰ ਮਾੜੀ ਗੱਲ ਨਹੀਂ ਹੋ ਸਕਦੀ, ਕਿਉਂਕਿ ਜਿਹਦੇ ਕੋਲ ਕੁਝ ਨਹੀਂ ਉਹਦੇ ਅੱਗੇ ਜਾ ਕੇ ਸਿਰ ਨਵਾਉਣਾ, ਸਾਡਾ ਉਸ ਨਾਲ ਕੋਈ ਲੈਣ ਦੇਣ ਨਹੀਂ ਸਖੀ ਸਰਵਰ ਨਾਲ। ਇਦੋਂ ਵੱਡਾ ਕੋਈ ਅਧਰਮ ਨਹੀਂ। ਔਰ ਜਦੋਂ ਸੰਸਾਰ ਦੇ ਲੋਕ ਉਹਨੂੰ ਪੂਜਦਿਆਂ ਜਗਤ ਤੋਂ ਜਾਣਗੇ ਤਾਂ ਮੈਨੂੰ ਅੱਜ ਸਮਝ ਆਈ ਹੈ ਕਿ ਅੱਗੇ ਵੀ ਉਹਨਾਂ ਨੂੰ ਸਜ਼ਾ ਮਿਲੇਗੀ, ਉਹਨਾਂ ਨੂੰ ਤੇ ਨਰਕ ਵਿੱਚ ਵੀ ਥਾਂ ਪ੍ਰਾਪਤ ਨਹੀਂ ਹੋ ਸਕਦੀ, ਕਿਉਂਕਿ ਮੁਰਸ਼ਦ ਉਹ ਜਿਹਾ ਨਹੀਂ। ਤਾਂ ਹੀ ਤੇ ਗੁਰੂ ਸਾਹਿਬ ਜੀ ਨੇ ਬਚਨ ਕਹੇ ਨੇ, ਭਾਈ ਗੁਰਦਾਸ ਸਾਹਿਬ ਜੀ ਵੀ ਕਹਿੰਦੇ ਨੇ, ਸਾਹਿਬ ਉਹ ਨਾ ਸੇਵੀ ਹੈ ਜਮ ਡੰਡ ਲਹਾਈ। ਉਹ ਮੁਰਸ਼ਦ ਕਾਦੇ ਲਈ ਬਣਾਣਾ ਜਿਸ ਨੂੰ ਬਣਾ ਕੇ ਫਿਰ ਜਮਾਂ ਦਾ ਡੰਡ ਸਹਿਣਾ ਪਵੇ। ਗੁਰਬਾਣੀ ਵਿੱਚ ਇਹਨੂੰ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਬਿਆਨ ਕੀਤਾ। ਉਹ ਕਹਿੰਦੇ ਨੇ, ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤਿਸ ਦਾ ਨਫਰ ਕਿੱਥੋਂ ਰੱਜ ਖਾਏ। ਜਿਹਦਾ ਮਾਲਕ ਹੀ ਨੰਗਾ ਤੇ ਭੁੱਖਾ ਹੋਵੇ ਉਹਦਾ ਕਹਿੰਦੇ ਨੇ ਸੇਵਕ ਕਿੱਥੋਂ ਰੱਜ ਕੇ ਛਕ ਸਕਦਾ, ਕਿਵੇਂ ਤ੍ਰਿਪਤ ਹੋ ਸਕਦਾ। ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤਿਸ ਦਾ ਨਫਰ ਕਿੱਥੋਂ ਰੱਜ ਖਾਏ।
ਜੇ ਸਾਹਿਬ ਦੇ ਘਰ ਵਤ ਹੋਵੇ ਸੋ ਨਫਰੇ ਹੱਥ ਆਵੇ, ਅਣਹੋਂਦੀ ਕਿੱਥੋਂ ਪਾਏ। ਜੇ ਮਾਲਕ ਦੇ ਕੋਲ ਕੁਝ ਹੋਵੇ ਤੇ ਸੇਵਕ ਨੂੰ ਵੀ ਮਿਲੇਗਾ, ਜੇ ਉਹਦੇ ਕੋਲ ਹੀ ਕੁਝ ਨਹੀਂ ਤਾਂ ਕਹਿੰਦੇ ਉਸ ਨੂੰ ਕੀ ਮਿਲ ਜਾਏਗਾ। ਇਹਦਾ ਮਤਲਬ ਇਹ ਹੈ ਵੀ ਅਧੂਰੇ ਨੂੰ ਮੁਰਸ਼ਿਦ ਬਣਾਇਆ, ਸਮਾਂ ਵੀ ਬਰਬਾਦ ਹੋ ਗਿਆ ਔਰ ਮਨੁੱਖਾ ਜੀਵਨ ਜਿਹੜਾ ਸੀ ਉਹ ਵੀ ਅਜਾਈ ਚਲਾ ਗਿਆ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਤੂੰ ਮਾਲਕ ਉਹ ਬਣਾ ਜਿਹਦੀ ਇੱਕ ਨਜ਼ਰ ਪੈਂਦਿਆਂ ਤੇਰੇ ਜੀਵਨ ਦੀ ਕਾਇਆ ਕਲਪ ਹੋ ਜਾਏ, ਤੇਰਾ ਜੀਵਨ ਪਵਿੱਤਰ ਹੋ ਜਾਏ। ਐਸੇ ਗੁਰੂ ਨੂੰ, ਐਸੇ ਮੁਰਸ਼ਦ ਨੂੰ ਆਪਣਾ ਮੁਰਸ਼ਦ ਬਣਾ ਜਿੱਥੇ ਆ ਕੇ ਮਨ ਵੀ ਠੰਡਾ ਹੋ ਜਾਏ, ਅੰਦਰ ਨਾਮ ਵਸ ਜਾਏ, ਅੰਦਰ ਸਿਮਰਨ ਦੀ ਰੌਂ ਚੱਲ ਪਵੇ। ਗੁਰੂ ਕੇ ਸਵਾਰੋ ਭਾਈ ਮੰਝ ਜੀ ਕਹਿਣ ਲੱਗੇ, ਮਹਾਰਾਜ ਮੈਨੂੰ ਤੁਹਾਡੇ ਵਚਨ ਸੁਣ ਕੇ ਇਹ ਪ੍ਰਤੀਤ ਹੋਈ ਹੈ ਗੱਲ ਕਿ ਅੱਜ ਤੱਕ ਜੋ ਕੁਝ ਹੋਇਆ ਉਹ ਗਲਤ ਹੋਇਆ। ਜਿਹੜੇ ਲੋਕ ਅੱਜ ਵੀ ਉਹ ਕੰਮ ਕਰਦੇ ਨੇ ਉਹ ਠੀਕ ਨਹੀਂ ਹੈ। ਦੋਖੀ ਗਊ ਅਨਕ ਨਿਤ ਜੋਈ, ਦੇਵੀ ਦੇਵ ਨਾ ਮਾਨੇ ਕੋਈ। ਕਹਿਣ ਲੱਗੇ ਮਹਾਰਾਜ ਉਹ ਤਾਂ ਗਊ ਹੱਤਿਆ ਵੀ ਕਰਦੇ ਨੇ, ਉਹ ਲੋਕਾਂ ਨੂੰ ਤਾਂ ਕੋਈ ਮਤਲਬ ਹੀ ਨਹੀਂ, ਕਿਉਂਕਿ ਸਖੀ ਸਰਵਰ ਦੀ ਪੂਜਾ ਕਰਦੇ ਨੇ, ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਦੇ। ਇਹ ਕੋਈ ਉਪਦੇਸ਼ ਇਹ ਨਹੀਂ ਦਿੰਦੇ ਕਿਸੇ ਵੀ, ਉਹ ਆਪਣੀ ਭਾਵਨਾ ਨੂੰ ਭਾਈ ਮੰਝ ਗੁਰੂ ਸਾਹਿਬ ਦੇ ਸਾਹਮਣੇ ਜ਼ਾਹਰ ਕਰਦਾ, ਕਿਉਂਕਿ ਹਾਲੀ ਉਹਨੇ ਸਿੱਖੀ ਮੰਗੀ ਹੈ, ਹਾਲੀ ਗੁਰੂ ਨੇ ਸਿੱਖੀ ਉਸ ਨੂੰ ਦੇਣੀ ਹੈ, ਉਹਨੂੰ ਸਾਧਨਾ ਸਿੱਖੀ ਦੀ ਕਰਾਣੀ ਹੈ। ਉਹ ਉਦੋਂ ਪਹਿਲਾਂ ਦੀ ਗੱਲ ਕਹਿੰਦਾ ਵੀ ਮਹਾਰਾਜ ਉਹ ਕੋਈ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦੇ ਉਹ ਲੋਕ, ਉਹਨਾਂ ਵਿੱਚ ਮੈਂ ਵੀ ਸ਼ਾਮਲ ਸਾਂ। ਮਹਾ ਕੁਚੀਲ ਨਾ ਸੋਚ ਕੋ ਲੇਸ਼, ਆਦ ਚੰਡਾਲ ਜੇ ਰਲਹੇ ਅਸ਼ੇਸ਼। ਕਹਿਣ ਲੱਗੇ ਉਹ ਤਾਂ ਸਖੀ ਸਰਵਰ ਮਹਾ ਕੁਚੀਲ, ਉਹ ਤਾਂ ਬਿਨਾਂ ਸੁਚਮ ਤੋਂ ਕਚੀਲ ਹਨ, ਰੰਚਕ ਮਾਤਰ ਵੀ ਸੋਚ ਨਹੀਂ ਹੈ। ਚੰਡਾਲ ਆਦਿਕ ਸਾਰੇ ਉਹਨਾਂ ਕੋਲ ਇਕੱਠੇ ਹੁੰਦੇ ਨੇ, ਉਹਨਾਂ ਕੋਲ ਤਾਂ ਕੋਈ ਧਰਮ ਨਾਂ ਦੀ ਚੀਜ਼ ਹੀ ਹੈ ਨਹੀਂ। ਸੁੱਚ ਸੰਜਮ ਜਿਹੜੇ ਕਿ ਧਰਮ ਦੇ ਅੰਗ ਨੇ ਉਹਨਾਂ ਦੇ ਕੋਲ ਬਿਲਕੁਲ ਵੀ ਨਹੀਂ ਹਨ। ਏਕ ਮੇਕ ਹੋਏ ਸਭ ਮਿਲ ਖਾਵਹਿ, ਪੁੰਨ ਆਪਣੇ ਕੋ ਅਧਿਕ ਕਹਾਵਹਿ। ਮਹਾਰਾਜ ਉਹ ਸਾਰੇ ਸਖੀ ਸਰਵਰ ਦੇ ਜਿਹੜੇ ਚੇਲੇ ਨੇ ਜਾਂ ਜਿਹੜੇ ਉੱਥੇ ਉਹਦੀ ਪੂਜਾ ਕਰਦੇ ਨੇ, ਸਾਰੇ ਇੱਕਮਿਕ ਹੋ ਕੇ ਉਹ ਛਕਦੇ ਛਕਾਉਂਦੇ ਨੇ ਤੇ ਸਾਰੇ ਇਕੱਠੇ ਛਕ ਕੇ ਕੋਈ ਸੁਚਮ ਨਹੀਂ, ਕੁਝ ਸੰਜਮ ਨਹੀਂ। ਇਹ ਕੁਝ ਕਰਨ ਦੇ ਬਾਵਜੂਦ ਆਪਣੇ ਆਪ ਨੂੰ ਉਹ ਅਧਿਕ ਕਹਾਵੇਂ, ਆਪਣੇ ਆਪ ਨੂੰ ਉਹ ਦੂਜਿਆਂ ਤੋਂ ਸ੍ਰੇਸ਼ਟ ਅਖਵਾਉਂਦੇ ਹਨ। ਨਹਿ ਨਾ ਪਾਕ ਤੇ ਕਰਹਿ ਗਿਲਾਨੇ, ਹਿੰਦੂ ਧਰਮੋਂ ਕਿਆ ਇਨ ਜੋ ਮਾਨੇ। ਮਹਾਰਾਜ ਜੀ ਨਾਹੇ ਨਾ ਪਾਕ ਤੇ ਕਰੇ ਗਿਲਾਨੇ, ਐ ਪਵਿੱਤਰਤਾਈ ਨੂੰ ਨਫ਼ਰਤ ਨਹੀਂ ਕਰਦੇ, ਭਾਵ ਜਿਵੇਂ ਕੋਈ ਪਵਿੱਤਰਤਾ ਤੋਂ ਰਹਿਤ ਜੀਵਨ ਨੂੰ ਜਿਉਂਦੇ ਨੇ। ਹਿੰਦੂ ਧਰਮ ਕਿਆ ਇਨ ਜੋ ਮਾਨੇ, ਉਹਨਾਂ ਦਾ ਹਿੰਦੂ ਧਰਮ ਕੀ ਹੈ ਜਿਹੜੇ ਲੋਕ ਇਹਨਾਂ ਨੂੰ ਮੰਨਦੇ ਨੇ। ਹਿੰਦੂ ਧਰਮ ਵਿੱਚ ਪ੍ਰਵੇਸ਼ ਕਰਕੇ ਪੈਦਾ ਹੋ ਕੇ ਜਿਹੜੇ ਤੁਰਕ ਨੂੰ ਮੰਨਦੇ ਨੇ, ਉਹਨਾਂ ਦਾ ਤੇ ਆਪਣਾ ਧਰਮ ਨਹੀਂ ਰਿਹਾ। ਉਸ ਸਖੀ ਸਰਵਰ ਨੇ ਉਹਨਾਂ ਨੂੰ ਦੇਣਾ ਕੁਝ ਨਹੀਂ, ਉਹਨਾਂ ਨੇ ਆਪਣਾ ਧਰਮ ਵੀ ਗਵਾ ਲਿਆ। ਇਮ ਵਿਚਾਰ ਕੈ ਹਮ ਮਨ ਮਾਹੀ, ਮਾਨਤ ਰਹੇ ਸੋ ਅਬ ਪਛਤਾਹੀ। ਭਾਈ ਮੰਝ ਸਾਹਿਬ ਕਹਿਣ ਲੱਗੇ ਪਾਤਸ਼ਾਹ ਜੀਓ, ਇਸੇ ਤਰ੍ਹਾਂ ਮੈਂ ਵਿਚਾਰ ਕੀਤਾ, ਸਾਰਾ ਕੁਝ ਵਿਚਾਰ ਕੇ ਮਾਨਤ ਰਹੇ, ਅੱਜ ਤੱਕ ਤਾਂ ਉਹਨੂੰ ਮੰਨਦਾ ਰਿਹਾ। ਸੋ ਅਬ ਪਛਤਾਹੀ, ਹੁਣ ਮੈਨੂੰ ਪਛਤਾਵਾ ਲੱਗਾ। ਹੁਣ ਮੈਂ ਸੋਚਿਆ ਵੀ ਇਹ ਗੱਲ ਬਿਲਕੁਲ ਗਲਤ ਹੈ, ਨਹੀਂ ਸੀ ਮੰਨਣਾ ਚਾਹੀਦਾ, ਕਿਉਂਕਿ ਇਹ ਮਾਰਗ ਤੁਹਾਡੇ ਚਰਨਾਂ ਤੋਂ ਬਿਨਾ, ਤੁਹਾਡੀ ਰਹਿਮਤ ਤੋਂ ਬਿਨਾ ਪਤਾ ਨਹੀਂ ਸੀ ਲੱਗਾ। ਇਹ ਤਾਂ ਤੁਸਾਂ ਨੇ ਕਿਰਪਾ ਕੀਤੇ ਹੈ। ਦਿਏ ਦਰੂਦ ਸ਼ੀਰਣੀ ਖਾਏ, ਇੱਕ ਹਿੰਦੂ ਸੋ ਨਾਮ ਕਹਾਏ। ਮਹਾਰਾਜ ਜੀਓ ਚੜਾਵੇ ਦੀ ਸ਼ੀਰਨੀ ਉਹ ਲੋਕ ਖਾਂਦੇ ਨੇ, ਮੈਂ ਵੀ ਉਹਨਾਂ ਵਿੱਚ ਸ਼ਾਮਲ ਸਾਂ। ਨਾ ਮਾਤਰ ਹਿੰਦੂ ਉਹ ਲੋਕ ਖਵਾਉਂਦੇ ਨੇ, ਪਰ ਸਾਰਾ ਕੁਝ ਜਾ ਕੇ ਕਰਮ ਧਰਮ ਜਿਹੜੇ ਨੇ ਉਸ ਸਖੀ ਸਰਵਰ ਦੇ ਕਰਦੇ ਹਨ। ਹੋਤ ਦੋਸ਼ ਜਿਨ ਬਸਤਰ ਸੁਹਾਏ, ਤਿਨ ਹੋ ਮੂਡ ਨਰ ਸੀਸ ਨਿਵਾਏ।
ਮਹਾਰਾਜ ਜੀ ਅੱਜ ਪਤਾ ਲੱਗਾ ਵੀ ਜਿਨ੍ਹਾਂ ਨੂੰ ਦੋਸ਼, ਉਹਨਾਂ ਨਾਲ ਵਸਤਰ ਵੀ ਲੱਗ ਜਾਏ ਤੇ ਬੰਦਾ ਮੈਲਾ ਹੋ ਜਾਂਦਾ ਹੈ, ਦੋਸ਼ ਲੱਗਦਾ ਹੈ, ਉਹਨਾਂ ਦਾ ਜਾ ਕੇ ਕਹਿੰਦੇ ਨੇ ਇਹ ਲੋਕ ਝੂਠਾ ਖਾਂਦੇ ਨੇ। ਭਾਵ ਰਲ ਮਿਲ ਕੇ ਹਿੰਦੂ ਧਰਮ ਵਿੱਚ ਰਹਿ ਕੇ ਜਾ ਕੇ ਉਸ ਤੁਰਕ ਦੀ ਪੂਜਾ ਕਰਦੇ ਨੇ, ਉਥੋਂ ਉਹ ਲੈ ਕੇ ਖਾਂਦੇ ਨੇ। ਉਹਨਾਂ ਦਾ ਧਰਮ ਕਿਵੇਂ ਹੋਇਆ? ਨਿਮਰ ਹੋਏ ਏਵ ਬਿਨਾ ਸੁਨਾਇਵ, ਪ੍ਰੇਮ ਅਧਿਕ ਲੋਚਨ ਜਲ ਛਾਇਵ। ਭਾਈ ਮੰਝ ਸਾਹਿਬ ਇਸੇ ਤਰ੍ਹਾਂ ਬੜੇ ਪਿਆਰ ਨਾਲ ਵਿਨਮਰ ਹੋ ਕੇ ਬੇਨਤੀ ਕਰਦੇ ਨੇ। ਬੇਨਤੀ ਕਰਦਿਆਂ ਬਹੁਤ ਪ੍ਰੇਮ ਹੈ ਮਨ ਦੇ ਵਿੱਚ, ਤੇ ਉਹ ਪ੍ਰੇਮ ਗੁਰੂ ਕੇ ਸਵਾਰੇ ਨੇਤਰਾਂ ਰਾਹੀਂ ਬਾਹਰ ਵੀ ਟਪਕ ਗਿਆ। ਹੰਝੂ ਬਾਹਰ ਆ ਗਏ, ਅੱਖਾਂ ਭਰੀਆਂ ਗਈਆਂ। ਪ੍ਰਭ ਜੀ ਆਏ ਸ਼ਰਨ ਤੁਮਾਰੀ, ਦੇਹੋ ਸਿੱਖੀ ਹਮ ਲਖ ਅਧਿਕਾਰੀ। ਕਹਿਣ ਲੱਗੇ ਮਹਾਰਾਜ ਜੀਓ ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਤੁਸੀਂ ਸਮਰੱਥ ਹੋ, ਕਰਨ ਕਾਰਨ ਹੋ, ਤੁਹਾਡੀ ਸ਼ਰਨ ਵਿੱਚ ਆਇਆ, ਤੇ ਇੱਕ ਕਿਰਪਾ ਕਰੋ ਵੀ ਹੁਣ ਮੈਨੂੰ ਮੋੜੋ ਨਾ। ਦੇਹੋ ਸਿੱਖੀ, ਮੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਕਿੱਡਾ ਚੰਗਾ ਭਾਗ ਗੁਰੂ ਕੇ ਸਵਾਰੋ ਇਹਦਾ ਉਦੇ ਹੋਇਆ ਭਾਈ ਮੰਝ ਦਾ। ਕਹਿਣ ਲੱਗੇ ਜਿਵੇਂ ਵੀ ਹੋਵੇ, ਭਾਵੇਂ ਸੂਖਸ਼ਮ ਹੈ, ਬਰੀਕ ਹੈ, ਮੇਰੀ ਹਿਰਦੇ ਵਿੱਚ ਸਿੱਖੀ ਦੀ ਦਾਤ ਬਖਸ਼ੋ। ਇਸ ਸਿੱਖੀ ਨੂੰ ਕਮਾਉਣ ਦਾ ਵੀ ਬਲ ਤੁਸੀਂ ਬਖਸ਼ਣਾ। ਦੇਹੋ ਸਿੱਖੀ ਹਮ ਲਖ ਅਧਿਕਾਰੀ, ਮੈਨੂੰ ਅਧਿਕਾਰੀ ਜਾਣ ਕੇ ਜਿਵੇਂ ਦਾ ਵੀ ਹਾਂ, ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਬੋਲੇ ਸ਼੍ਰੀ ਅਰਜਨ ਸੁਖ ਧਾਮੂ, ਪੂਰਬ ਸਰਵਰ ਢਾਹੋ ਮੁਕਾਮੂ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬੋਲ ਜਦੋਂ ਭਾਈ ਮੰਝ ਦੇ ਸੁਣੇ, ਬੇਨਤੀ ਸੁਣੀ, ਤੇ ਹੁਣ ਕਿਰਪਾ ਕਰਦੇ ਨੇ। ਕਹਿਣ ਲੱਗੇ ਮੰਝ ਸਿੱਖੀ ਲੈਣਾ ਚਾਹੁੰਦਾ? ਜੇ ਸਿੱਖੀ ਲੈਣਾ ਚਾਹੁੰਦਾ, ਪਹਿਲੀ ਗੱਲ ਇਹ ਹੈ ਵੀ ਆਪਣੇ ਘਰ ਵਿੱਚ ਜਿਹੜਾ ਤੂੰ ਸਖੀ ਸਰਵਰ ਦਾ ਮੁਕਾਮ ਬਣਾਇਆ ਹੋਇਆ, ਕਹਿ ਲਗੇ ਉਹ ਢਾਹ। ਜੇ ਕੋਈ ਹਿਰਦੇ ਵਿੱਚ ਮਨ ਵਿੱਚ ਵੀ ਉਹਦੇ ਲਈ ਕੋਈ ਰੰਚਕ ਮਾਤਰ ਹਾਲੀ ਵੀ ਕੋਈ ਪਿਆਰ ਸ਼ਰਧਾ ਹੈ, ਉਹ ਵੀ ਬਾਹਰ ਕੱਢ। ਤੇ ਜਿਹੜੀ ਕੋਈ ਘਰ ਵਿੱਚ ਜਾਂ ਬਾਹਰ ਉਹਦੀ ਕੋਈ ਪੂਜਾ ਵਾਲਾ ਸਥਾਨ ਬਣਾਇਆ, ਉਹਨੂੰ ਵੀ ਢਾਹ। ਕਿਉਂਕਿ ਸਿੱਖੀ ਵਿੱਚ ਕਿਸੇ ਸਮਾਜ ਆਦਿਕ ਨੂੰ ਗੁਰੂ ਕੇ ਸਵਾਰੋ ਕੋਈ ਥਾਂ ਨਹੀਂ, ਔਰ ਉਹਦੀ ਪੂਜਾ ਦਾ ਵੀ ਕੋਈ ਜਗ੍ਹਾ ਨਹੀਂ। ਇੱਥੇ ਤਾਂ ਕੇਵਲ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਇੱਥੇ ਤਾਂ ਨਿਰੰਕਾਰ ਦੀ ਪੂਜਾ ਕੀਤੀ ਜਾਂਦੀ ਆ। ਉਹਦੀ ਪੂਜਾ ਨਾਮ ਜਪਣਾ, ਬਾਣੀ ਪੜ੍ਹਨੀ, ਸਿਮਰਨ ਕਰਨਾ, ਇਹ ਗੁਰੂ ਕੇ ਸਵਾਰਿਓ ਗੁਰਮਤ ਦੀ ਸਿੱਖਿਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮੰਝ ਸਖੀ ਸਰਵਰ ਦਾ ਜਿਹੜਾ ਮੁਕਾਮ ਤੂੰ ਬਣਾਇਆ, ਸਭ ਤੋਂ ਪਹਿਲਾਂ ਜਾ ਕੇ ਢਾਣਾ ਕਰ। ਹੁਣ ਆਵੋ ਸਤਿਗੁਰ ਸਰਨਾਈ, ਕਰੇ ਗੁਨਾਹ ਲਿਹੋ ਬਖਸ਼ਾਈ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਆ ਸਾਰਾ ਕੁਝ ਢਾ ਕੇ ਫੇਰ ਤੂੰ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ, ਤੇ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਕਰੇ ਗੁਨਾਹ ਲਿਹੋ ਬਖਸ਼ਾਈ। ਬੇਨਤੀ ਕਰੀ ਆ ਕੇ ਪਾਤਸ਼ਾਹ ਵੀ ਪਿਛਲੇ ਜਿਹੜੇ ਕੀਤੇ ਗੁਨਾਹ ਨੇ ਉਹਨੂੰ ਤੁਸੀਂ ਬਖਸ਼ ਦਿਓ। ਕਹਿ ਲੱਗੇ ਗੁਰੂ ਨਾਨਕ ਸਾਹਿਬ ਦਾ ਘਰ ਕਿਰਪਾ ਕਰੇਗਾ, ਤੇਰੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ ਦੇਵੇਗਾ। ਹਵੈ ਕਰ ਸਿੱਖੀ ਕੇ ਅਧਿਕਾਰੀ, ਸਤਿਗੁਰ ਸੇਵ ਕਰੋ ਸੁਖਕਾਰੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਸਿੱਖੀ ਦਾ ਅਧਿਕਾਰੀ ਬਣ ਕੇ ਫਿਰ, ਭਾਵ ਸਿੱਖੀ ਲੈ ਕੇ ਸਿੱਖੀ ਦਾ ਅਧਿਕਾਰੀ ਬਣ ਕੇ ਸਤਿਗੁਰੂ ਸੇਵ ਕਰੋ ਸੁਖਕਾਰੀ। ਸੁੱਖਾਂ ਦੀ ਮੂਲ, ਸੁੱਖਾਂ ਦੀ ਰਾਸ, ਸਤਿਗੁਰੂ ਦੀ ਜਿਹੜੀ ਸੇਵਾ ਹੈ ਉਸ ਨੂੰ ਦਿਨ ਰਾਤ ਕਰਨਾ ਕਰੋ। ਕਿਉਂਕਿ ਸਿੱਖੀ ਨੇ ਗੁਰੂ ਕੇ ਸਵਾਰਿਓ ਤਾਂ ਹੀ ਜੀਵਨ ਵਿੱਚ ਆਉਣਾ ਹੈ, ਤਾਂ ਹੀ ਟਿਕਣਾ ਹੈ ਜੇ ਸਿੱਖ ਗੁਰੂ ਕੇ ਚਰਨਾਂ ਨਾਲ ਜੁੜੇ। ਗੁਰੂ ਕੇ ਚਰਨਾਂ ਨਾਲ ਜੁੜਨ ਦਾ ਤਰੀਕਾ ਇਹ ਹੈ ਸਿਮਰਨ ਕਰੇ, ਬਾਣੀ ਪੜ੍ਹੇ ਔਰ ਸੇਵਾ ਕਰੇ। ਇਹ ਜੁਗਤੀ ਗੁਰੂ ਚਰਨਾਂ ਨਾਲ ਜੋੜਦੀ ਹੈ। ਕਹਿਣਗੇ ਜਦੋਂ ਇਸੇ ਤਰ੍ਹਾਂ ਤੂੰ ਸਿੱਖੀ ਨੂੰ ਕਮਾ ਔਰ ਇਸ ਤਰ੍ਹਾਂ ਤੇਰੇ ਜੀਵਨ ਵਿੱਚ ਮਾਲਕ ਦੀ ਕਿਰਪਾ ਕਰਨਗੇ। ਸੁਣ ਕਰ ਬਾਕ ਮੰਨ ਕਰ ਗਇਓ,
ਤੁਰਕ ਮੁਕਾਮ ਸੁਟਾਹਤ ਭਇਓ। ਕਵੀ ਜੀ ਕਹਿੰਦੇ ਨੇ ਵੀ ਜਲਦੀ ਨਾਲ ਇਹ ਵਾਕ ਸੁਣ ਕੇ, ਬਚਨ ਸੁਣ ਕੇ ਸਤਿਗੁਰੂ ਜੀ ਦੇ ਭਾਈ ਮੰਝ ਜਿਹੜਾ ਸੀ ਉਹ ਜਲਦੀ ਨਾਲ ਆਪਣੇ ਘਰ ਗਿਆ। ਜਦੋਂ ਘਰ ਗਿਆ ਤੇ ਘਰ ਵਿੱਚ ਉਹਨੇ ਸਖੀ ਸਰਵਰ ਦਾ ਜਿਹੜਾ ਜਿਹਦੀ ਉਹ ਪੂਜਾ ਕਰਦਾ ਸੀ ਉਹ ਸਥਾਨ ਬਣਾਇਆ ਸੀ। ਉਹਨੇ ਘਰ ਜਾ ਕੇ ਤੁਰਕ ਮੁਕਾਮ, ਤੁਰਕ ਦਾ ਜਿਹੜਾ ਘਰ ਸੀ ਸਖੀ ਸਰਵਰ ਦਾ, ਢਾਹ ਸੋ ਭਇਓ, ਉਹਨੂੰ ਸਾਰੇ ਨੂੰ ਢਾਹ ਦਿੱਤਾ, ਖਤਮ ਕਰ ਦਿੱਤਾ। ਸਰਲ ਹੋਏ ਸਤਿਗੁਰ ਸ਼ਰਨਾਈ, ਆਏ ਆਸ ਏਕ ਮਨ ਭਾਈ। ਗੁਰੂ ਕੇ ਸਵਾਲ ਫਿਰ ਢਾਣ ਤੋਂ ਬਾਅਦ ਸਰਲ ਹੋ ਕੇ ਭਾਈ ਮੰਝ ਮਨ ਸਾਫ਼ ਬਿਲਕੁਲ ਕਰਕੇ ਉਸ ਮਕਾਮ ਨੂੰ ਢਾਹ ਕੇ, ਉਹਦੀ ਸਮਾਧ ਨੂੰ ਢਾਹ ਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਗਿਆ। ਆਏ ਆਸ ਏਕ ਮਨ ਭਾਈ, ਜਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਇਆ ਤੇ ਇੱਕੋ ਹੀ ਆਸ ਹੁਣ ਮਨ ਵਿੱਚ, ਗੁਰੂ ਦੀ ਆਸ, ਗੁਰੂ ਦਾ ਓਟ ਆਸਰਾ, ਹੋਰ ਕੋਈ ਓਟ ਆਸਰਾ ਹੁਣ ਉਹ ਨਹੀਂ ਲੈਂਦਾ। ਇਹ ਸਭ ਕੁਝ ਤਿਆਗ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ। ਤਬ ਸਤਿਗੁਰ ਦੀਨਸ ਉਪਦੇਸ਼, ਸਤਨਾਮ ਭਜ ਹਰੋ ਕਲੇਸ਼। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿਆਰਿਓ ਫਿਰ ਕਿਰਪਾ ਕੀਤੀ ਤੇ ਬਖਸ਼ਿਸ਼ ਕਰਕੇ ਪਾਤਸ਼ਾਹ ਕਹਿਣ ਲੱਗੇ, ਐ ਭਾਈ ਮੰਝ, ਲੈ ਹੁਣ ਤੈਨੂੰ ਸਿੱਖੀ ਦਾ ਮੰਤਰ ਦੇਨੇ ਆ। ਉਹਨਾਂ ਨੇ ਬਖਸ਼ਿਸ਼ ਕੀਤੀ, ਉਪਦੇਸ਼ ਦਿੱਤਾ, ਸਤਨਾਮ ਭਜ ਹਰੋ ਕਲੇਸ਼। ਕਹਿਣ ਲੱਗੇ ਸਤਨਾਮ ਜਪਿਆ ਕਰ, ਇਸੇ ਤਰ੍ਹਾਂ ਜਪਦਿਆਂ ਜਪਦਿਆਂ ਤੇਰੇ ਕਲੇਸ਼ ਖਤਮ ਹੋ ਜਾਣਗੇ। ਗੁਰੂ ਸਾਹਿਬ ਬਾਣੀ ਵਿੱਚ ਬਚਨ ਕਹਿੰਦੇ ਨੇ ਨਾ, ਜਪ ਮਨ ਸਤਨਾਮ ਸਦਾ ਸਤਨਾਮ। ਕਹਿਣ ਲੱਗੇ ਹਰ ਵੇਲੇ ਸਤਨਾਮ ਜਪ। ਪੁੱਛਿਆ ਜੀ ਕੀ ਹੋਵੇਗਾ ਜਪਨ ਨਾਲ? ਜਵਾਬ ਦਿੰਦੇ ਨੇ ਬਾਣੀ ਵਿੱਚ, ਹਾਲਤ ਪਲਤ ਮੁਖ ਉਜਲ ਹੋਈ ਹੈ। ਹਾਲਤ ਕਹਿੰਦੇ ਨੇ ਲੋਕ ਨੂੰ, ਪਲਤ ਕਹਿੰਦੇ ਨੇ ਪਰਲੋਕ ਨੂੰ। ਕਹਿਣਗੇ ਲੋਕ ਤੇ ਪਰਲੋਕ ਵਿੱਚ ਤੇਰਾ ਮੂੰਹ ਉਜਲਾ ਹੋਵੇਗਾ। ਹਾਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਐ ਭਾਈ ਜੇ ਤੂੰ ਪੁਰਖ ਨਿਰੰਜਨ ਵਾਹਿਗੁਰੂ ਜੀ ਨੂੰ ਸਿਮਰੇਗਾ, ਤੇਰਾ ਲੋਕ ਪਰਲੋਕ ਜਿਹੜਾ ਹੈ ਸੁਖੀ ਤੇ ਸੁਹੇਲਾ ਹੋ ਜਾਏਗਾ। ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ, ਮੰਝ ਸਤਨਾਮ ਦਾ ਸਿਮਰਨ ਕਰੋ। ਸਤਿਗੁਰ ਸੋ ਸਨਮੁਖ ਨਿਤ ਰਹੋ, ਸੇਵੋ ਸਿੱਖਣ ਕੋ ਸੁਖ ਲਹੋ। ਕਹਿ ਲਗੇ ਸਤਿਗੁਰੂ ਦੇ ਹਮੇਸ਼ਾ ਸਨਮੁਖ ਰਹੋ। ਅਗਲੀ ਗੱਲ, ਸੇਵੋ ਸਿੱਖਣ ਕੋ ਸੁਖ ਲਹੋ, ਤੇ ਗੁਰੂ ਦੇ ਸਿੱਖਾਂ ਦੀ ਵੀ ਸੇਵਾ ਕਰੀ, ਇਸ ਤਰ੍ਹਾਂ ਸੁਖ ਮਿਲੇਗਾ। ਸਤਿਗੁਰੂ ਦੇ ਸਨਮੁਖ ਰਹਿਣਾ ਮਨ ਕਰਕੇ ਹਰ ਵੇਲੇ, ਵੀ ਗੁਰੂ ਜੀ ਜੋ ਤੁਸਾਂ ਨੇ ਕਿਰਪਾ ਕੀਤੀ ਹੈ, ਮੈਂ ਉਹਨੂੰ ਆਪਣੇ ਜੀਵਨ ਵਿੱਚ ਮੈਨੂੰ ਹੰਡਾਣ ਦਾ ਬਲ ਬਖਸ਼ੋ। ਕਹਿ ਲਗੇ ਫਿਰ ਸਿੱਖਾਂ ਦੀ ਵੀ ਸੇਵਾ ਕਰੀ, ਕਿਉਂਕਿ ਉਹਨਾਂ ਤੇ ਵੀ ਗੁਰੂ ਖੁਸ਼ ਹੈ, ਤਾਂ ਹੀ ਉਹਨਾਂ ਨੂੰ ਸਿੱਖੀ ਦੀ ਦਾਤ ਬਖਸ਼ੀ ਹੈ। ਉਹਨਾਂ ਦੀ ਵੀ ਸੇਵਾ ਕਰਨੀ, ਉਹਨਾਂ ਨਾਲ ਪਿਆਰ ਕਰਨਾ, ਉਹਨਾਂ ਦਾ ਸਤਿਕਾਰ ਕਰਨਾ। ਮੰਝ ਇਹ ਵੀ ਤੇਰੇ ਜੀਵਨ ਦਾ ਅੰਗ ਬਣਨਾ ਚਾਹੀਦਾ। ਬਾਣੀ ਪੜੋ ਗੁਰੂ ਕੇ ਸਵਾਰਿਓ, ਕਿੰਨਾ ਗੁਰੂ ਸਾਹਿਬ ਸਿੱਖ ਨਾਲ ਪਿਆਰ ਕਰਦੇ ਨੇ। ਸ਼ਬਦ ਕੋਈ ਵਰਤ ਲਓ, ਸਾਧੂ ਵਰਤ ਲਓ, ਸੰਤ ਵਰਤ ਲਓ, ਗੁਰਸਿੱਖ ਵਰਤ ਲਓ, ਗੁਰਮੁਖ ਵਰਤ ਲਵੋ। ਇਹ ਉਸ ਸ਼ਖਸੀਅਤ ਦਾ ਨਾਮ ਹੈ। ਇਹ ਸਾਰੇ ਸ਼ਬਦ ਉਸ ਸ਼ਖਸੀਅਤ ਦੀ ਵਿਆਖਿਆ ਕਰਦੇ ਨੇ ਜਿਸ ਸ਼ਖਸੀਅਤ ਤੇ ਗੁਰੂ ਰੀਝ ਗਿਆ, ਖੁਸ਼ ਹੋ ਗਿਆ, ਪ੍ਰਸੰਨ ਹੋ ਗਿਆ। ਔਰ ਗੁਰੂ ਸਾਹਿਬ ਕਿੰਨਾ ਪਿਆਰ ਕਰਦੇ ਨੇ, ਕਿੰਨਾ ਆਦਰ ਕਰਦੇ ਨੇ। ਉਹ ਕਹਿੰਦੇ ਨੇ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਏ। ਮਾਲਕਾ ਜੇ ਤੂੰ ਪ੍ਰਸੰਨ ਖੁਸ਼ ਹੈ, ਕਿਰਪਾ ਕਰ, ਮੈਨੂੰ ਗੁਰਸਿੱਖਾਂ ਦੀ ਧੂੜ ਬਖਸ਼, ਅਸੀਂ ਪਾਪੀ ਵੀ ਗਤ ਪ੍ਰਾਪਤ ਕਰ ਲਈਏ। ਏਡਾ ਗੁਰੂ ਦੇ ਸਿੱਖਾਂ ਨੂੰ ਸਤਿਗੁਰੂ ਜੀ ਨੇ ਅਦਬ ਪਿਆਰ ਦਿੱਤਾ, ਸਤਿਕਾਰ ਦਿੱਤਾ। ਉਹੀ ਬਚਨ ਇਤਿਹਾਸ ਵਿੱਚ
ਭਾਈ ਮੰਝ ਨੂੰ ਕਹਿੰਦੇ ਨੇ, ਮੰਝ ਸੇਵੋ ਸਿੱਖਣ ਕੋ ਸੁਖ ਲਓ, ਰੋਜ਼ ਸਿੱਖਾਂ ਦੀ ਸੇਵਾ ਕਰੇ, ਗੁਰੂ ਦੇ ਸਨਮੁਖ ਰਹੀ, ਇਸ ਤਰ੍ਹਾਂ ਸੁਖ ਪ੍ਰਾਪਤ ਹੋਵੇਗਾ। ਅੰਤਹਿ ਕਰਣ ਸ਼ੁੱਧ ਹੋਏ ਜਾਏ, ਆਤਮ ਗਿਆਨ ਹਿਰਦੈ ਮੋਹ ਪਾਏ। ਕਹਿਣਗੇ ਤੇਰਾ ਅੰਤਹਿ ਕਰਣ ਜਿਹੜਾ ਹੈ ਉਹ ਸ਼ੁੱਧ ਹੋ ਜਾਏਗਾ। ਮਨ, ਬੁੱਧ, ਚਿੱਤ, ਅਹੰਕਾਰ, ਇਸ ਸਾਰੇ ਨੂੰ ਕਹਿੰਦੇ ਨੇ ਅੰਤਸ਼ ਕਰਨ। ਕਹਿਣਗੇ ਤੇਰਾ ਮਨ ਵੀ ਪਵਿੱਤਰ ਹੋਵੇਗਾ, ਤੇਰੀ ਬੁੱਧ ਵੀ ਪਵਿੱਤਰ ਹੋਵੇਗੀ, ਤੇਰਾ ਚਿੱਤ ਵੀ ਮਾੜੀ ਚਿਤਵਨੀ ਨਹੀਂ ਚਿਤਵੇਗਾ, ਅਹੰਕਾਰ ਤੇਰੇ ਵਿੱਚ ਬਿਲਕੁਲ ਨਹੀਂ ਰਹੇਗਾ। ਜਦੋਂ ਸਤਨਾਮ ਦਾ ਸਿਮਰਨ ਕਰੋਗੇ, ਕਹਿਣਗੇ ਤੇਰਾ ਅੰਤਹਿ ਕਰਨ ਜਿਹੜਾ ਹੈ ਉਹ ਬਿਲਕੁਲ ਸ਼ੁੱਧ ਹੋ ਜਾਏਗਾ। ਅੰਤਹਿ ਕਰਨ ਸ਼ੁੱਧ ਹੋਏ ਜਾਏ, ਤੇ ਜਦੋਂ ਅੰਤਹਿ ਕਰਨ ਸ਼ੁੱਧ ਹੋ ਗਿਆ, ਫਿਰ ਕਹਿੰਦੇ ਨੇ ਆਤਮ ਗਿਆਨ ਹਿਰਦੇ ਮਹਿ ਪਾਏ। ਆਤਮਿਕ ਗਿਆਨ ਜਿਹੜਾ ਹੈ ਕਹਿੰਦੇ ਤੈਨੂੰ ਹਿਰਦੇ ਵਿੱਚ ਆ ਜਾਏਗਾ, ਆਤਮਿਕ ਗਿਆਨ ਤੈਨੂੰ ਮਿਲ ਜਾਏਗਾ। ਕਿਵੇਂ ਇਹ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ? ਇਹ ਗੁਰੂ ਸਾਹਿਬ ਤੇ ਇਤਿਹਾਸ ਵਿੱਚ ਦੱਸਦੇ ਨੇ। ਬਾਣੀ ਪੜ੍ਹੋ, ਬਾਣੀ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ। ਉਹ ਕਹਿੰਦੇ ਵੀ ਜਦੋਂ ਅੰਦਰ ਮਾਲਕ ਕਿਰਪਾ ਕਰਦਾ ਹੈ ਤੇ ਕਿਵੇਂ ਕਿਵੇਂ ਕਿਰਪਾ ਕਰਦਾ, ਉਹਨਾਂ ਨੇ ਬਚਨ ਕੀਤਾ। ਉਹ ਕਹਿੰਦੇ ਦੇਖੋ ਭਾਈ, ਗਿਆਨ ਕੀ ਆਈ ਆਂधी। ਆਂधी ਦਾ ਮਤਲਬ ਹੈ, ਹਿੰਦੀ ਦਾ ਸ਼ਬਦ ਹੈ, ਇਹਦਾ ਮਤਲਬ ਹੈ ਹਨੇਰੀ। ਦੇਖੋ ਭਾਈ, ਗਿਆਨ ਕੀ ਆਈ ਆਂधी। ਐ ਭਾਈ ਵੇਖੋ, ਗਿਆਨ ਦੀ ਹਨੇਰੀ ਮੇਰੇ ਅੰਦਰ ਆ ਗਈ ਜੀ। ਮਾਲਕ ਨੇ ਕਿਰਪਾ ਕੀਤੀ। ਸਭੇ ਉਡਾਨੀ ਭ੍ਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ। ਕਹਿਣ ਲੱਗੇ ਮੇਰੀ ਜਿਹੜੀ ਆ ਛੰਨ ਬੰਨੀ ਸੀ ਨਾ, ਭਰਮ ਦੀ ਟਾਟੀ ਸਾਰੀ ਉੱਡ ਗਈ। ਮਾਇਆ ਦੀ ਬੰਨੀ ਛੰਨ ਜਿਹੜੀ ਅੰਦਰ ਸੀ ਉਹ ਸਭ ਉੱਡ ਗਈ। ਦੁਚਿੱਤੇ ਕੀ ਦੋ ਥੂਨ ਗਿਰਾਨੀ, ਦੁਬਦਾ ਦੀਆਂ ਦੋ ਥੰਮੀਆਂ ਸਨ ਜਿਹੜੀਆਂ ਗਿਆਨ ਦੀ ਹਨੇਰੀ ਆਉਣ ਨਾਲ ਉਹ ਵੀ ਉੱਡ ਗਈਆਂ। ਕਹਿਣ ਤੋਂ ਭਾਵ ਦੁਬਦਾ ਵੀ ਖਤਮ ਹੋ ਗਈ। ਦੁਚਿੱਤੇ ਕੀ ਜੋ ਥੂਨ ਗਿਰਾਨੀ, ਮੋਹ ਬਲੇਂਡਾ ਟੂਟਾ। ਬਲੇਂਡਾ ਕਹਿੰਦੇ ਨੇ ਸ਼ਤੀਰ ਨੂੰ। ਜਿਹੜਾ ਉਸ ਦੁਬਦਾ ਦੀਆਂ ਥੰਮੀਆਂ ਦੇ ਉੱਤੇ ਮੋਹ ਦਾ ਸ਼ਤੀਰ ਦਿੱਤਾ ਹੋਇਆ ਸੀ, ਮੈਂ ਜਿਹੜਾ ਮੈਂ ਛੰਨ ਬਣਾਈ ਸੀ, ਘਰ ਬਣਾਇਆ ਸੀ, ਉਹ ਅੰਧੇਰੀ ਨਾਲ ਉੱਡ ਗਿਆ। ਦੁਚਿੱਤੇ ਕੀ ਦੋ ਥੂਨ ਗਿਰਾਨੀ, ਮੋਹ ਬਲੇਂਡਾ ਟੂਟਾ। ਤ੍ਰਿਸ਼ਨਾ ਸ਼ਾਨ ਭਰੀ, ਧਾਰੇ ਉੱਪਰ ਦੁਰਮਤ ਭਾਂਡਾ ਫੂਟਾ। ਕਹਿ ਲਗੇ ਤ੍ਰਿਸ਼ਨਾ ਦੀ ਛੰਨ ਜਿਹੜੀ ਪਾਈ ਸੀ, ਉਸ ਹਨੇਰੀ ਦੇ ਨਾਲ, ਗਿਆਨ ਦੀ ਹਨੇਰੀ ਨਾਲ ਥੱਲੇ ਡਿੱਗ ਪਈ, ਤੇ ਥੱਲੇ ਪਿਆ ਸੀ ਭੈੜੀ ਮੱਤ ਦਾ ਭਾਂਡਾ। ਛੰਨ ਡਿੱਗਦਿਆਂ ਸਾਲੋਂ ਵੀ ਟੁੱਟ ਗਿਆ। ਫਿਰ ਕਹਿੰਦੇ ਨੇ ਅੱਗੇ, ਆ ਜਦੋਂ ਸਾਰਾ ਕੁਝ ਖਤਮ ਹੋਇਆ ਨਾ, ਜਿਹਨੂੰ ਗੁਰੂ ਸਾਹਿਬ ਜੀ ਨੇ ਪਹਿਲਾਂ ਭਾਈ ਮੰਝ ਨੂੰ ਕਿਹਾ ਸਭ ਕੁਝ ਤੇਰਾ ਖਤਮ ਹੋਣਾ, ਉਹਦਾ ਅੰਦਰਲੇ ਅਰਥ, ਜਦੋਂ ਇਹ ਸਾਰਾ ਕੁਝ ਖਤਮ ਹੋਇਆ, ਫਿਰ ਕਹਿੰਦੇ ਆਂधी ਪਾਛੈ ਜੋ ਜਲ ਬਰਖੈ। ਅੰਧੇਰੀ ਤੋਂ ਬਾਅਦ ਮੀਂਹ ਆ ਗਿਆ। ਗੁਰੂ ਦੇ ਨੇ ਗਿਆਨ ਦੀ ਅੰਧੇਰੀ ਨਾਲ ਸਭ ਕੁਝ ਮੋਹ, ਦੁਬਦਾ, ਭਰਮ, ਦੁਰਮਤ ਮਤ ਸਾਰੀ ਦੂਰ ਕਰ ਦਿੱਤੇ। ਫਿਰ ਕਹਿੰਦੇ ਨੇ ਅੰਮ੍ਰਿਤ ਨਾਮ ਦਾ ਮੀਂਹ ਪਿਆ। ਆਂधी ਪਾਛੇ ਜੋ ਜਲ ਬਰਖੈ। ਭਗਤ ਜੀ ਕਹਿੰਦੇ ਤੈਂ ਤੇਰਾ ਜਨ ਭੀਨਾ। ਮਾਲਕਾ ਉਸ ਬਰਸਾਤ ਨਾਲ ਤੇਰਾ ਸੇਵਕ ਭਿੱਜ ਗਿਆ। ਛੰਨ ਤੇ ਟੁੱਟ ਗਈ, ਪਰ ਜਿਹੜੀਆਂ ਕਣੀਆਂ ਪਈਆਂ ਨੇ ਬੜੀਆਂ ਸੀਤਲ। ਮੇਰਾ ਅੰਦਰ ਬਾਹਰ ਲਵਰੇਜ ਹੋ ਗਿਆ। ਫਿਰ ਕਹਿੰਦੇ ਉਸ ਤੋਂ ਬਾਅਦ ਸੂਰਜ ਚੜਿਆ, ਅੰਧੇਰੀ ਆਈ, ਮੀਂਹ ਆਇਆ, ਫਿਰ ਸੂਰਜ ਚੜਿਆ। ਆਂधी ਪਾਛੇ ਜੋ ਜਲ ਬਰਖੈ ਤੇ ਤੇਰਾ ਜਨ ਭੀਨਾ। ਕਹੇ ਕਬੀਰ ਮਨ ਭਇਆ ਪ੍ਰਗਾਸਾ। ਮੇਰੇ ਹਿਰਦੇ ਵਿੱਚ ਪ੍ਰਕਾਸ਼ ਹੋ ਗਿਆ। ਕਿਵੇਂ? ਉਦੇ ਭਾਨ ਜਬ ਚੀਨਾ। ਜਦੋਂ ਮੈਂ ਹਿਰਦੇ ਵਿੱਚ ਗਿਆਨ ਦਾ, ਗੁਰੂ ਦੀ ਮਿਹਰ ਦਾ, ਆਤਮਿਕ ਚਾਨਣ ਦਾ ਸੂਰਜ ਚੜਿਆ ਵੇਖ ਲਿਆ। ਮੇਰੇ ਅੰਦਰ ਆਤਮਿਕ ਚਾਨਣ ਹੋ ਗਿਆ। ਗੁਰੂ ਨੇ ਸਾਰਾ ਕੁਝ ਮੇਰਾ ਅੰਦਰਲਾ ਬਦਲ ਦਿੱਤਾ। ਜਿਹਨੂੰ ਮੈਂ ਸਮਝਦਾ ਸਾਂ ਸਭ ਕੁਝ ਆ ਮੇਰਾ, ਗੁਰੂ ਨੇ ਕਿਹਾ ਨਹੀਂ ਇਹ ਤੇਰਾ ਨਹੀਂ, ਹੁਣ ਆ ਤੇਰਾ ਜਿਹੜਾ ਅਸਲੀ ਹੈ। ਉਹ ਗੁਰੂ ਕੇ ਸਵਾਰੋ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਸਿਧਾਂਤ ਸਮਝਾਉਂਦੇ ਨੇ। ਕਹਿਣ ਲੱਗੇ ਮੰਝ ਅੰਤਹਿ ਕਰਨ ਸ਼ੁੱਧ ਹੋਏ ਜਾਏ,
तेरा अंतःकरण शुद्ध हो जाएगा। आत्म ज्ञान हृदय मह पाए, आत्मक ज्ञान जेड़ा तेनू हिरदे विच मिल जाएगा। अंत समय मह बंद निकंद, मुक्त होए कर मिलो आनंद। कहणगे इस सतनाम नू जपण दे नाल पंज पता होर की होवेगा। अंत समय ने बंद निकंद, अंत वेले सारियां फाइयां नू सतनाम दा मंत्र जेड़ा कट देवेगा। ਇਹ ਨਾਮ ਜਪਿਆ ਹੋਇਆ ਸਾਰੀਆਂ ਫਾਈਆਂ ਨੂੰ ਕੱਟ ਦੇਵੇਗਾ। ਮੁਕਤ ਹੋਏ ਕਰ ਮਿਲੋ ਆਨੰਦ, ਕਹਿਣ ਲੱਗੇ ਮੁਕਤ ਹੋ ਜਾਂਦਾ ਜੀਵ ਜਪਣ ਵਾਲਾ ਤੇ ਆਨੰਦ ਦੇ ਵਿੱਚ ਆਖਰ ਨੂੰ ਸਮਾ ਜਾਂਦਾ ਹੈ। ਸਿਮਰਨ ਕਰਨ ਲੱਗੇ ਸਤਨਾਮੂ, ਕਿਤਕ ਦਿਵਸ ਮਹਿ ਪਹੁੰਚੇ ਧਾਮੂ। ਗੁਰੂ ਕੇ ਸਵਾਰਿਓ ਕਹਿੰਦੇ ਭਾਈ ਮੰਝ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਬਚਨ ਸੁਣਿਆ ਤੇ ਬਚਨ ਸੁਣ ਕੇ ਉਹ ਸਿਮਰਨ ਕਰਨ ਲੱਗ ਪਿਆ ਵੀ ਗੱਲ ਤਾਂ ਇਹੀ ਹੈ, ਸਿਰੇ ਦੀ ਗੱਲ ਤਾਂ ਇਹੀ ਹੈ। ਸਿਮਰਨ ਕਰਨ ਲੱਗ ਪਏ। ਕਈ ਦਿਨ ਰਹਿ ਕੇ ਸਿਮਰਨ ਕੀਤਾ। ਕਈਆਂ ਦਿਨਾਂ ਤੋਂ ਬਾਅਦ ਫਿਰ ਭਾਈ ਮੰਝ ਸਿਮਰਨ ਕਰਦਿਆਂ ਕਰਦਿਆਂ ਸਤਨਾਮ ਦਾ ਆਪਣੇ ਘਰ ਨੂੰ ਵਾਪਸ ਮੁੜਿਆ ਹੈ। ਗੁਰ ਕੋ ਕਹਿਓ ਹੋਣ ਪੁੰਨ ਲਾਗਿਓ, ਸਰਬ ਸਮਾਜ ਨਾਸ਼ ਹਵੈ ਭਾਗਿਓ। ਗੁਰੂ ਕੇ ਸਵਾਰੋ ਬਸ ਜਿਹੜਾ ਹੁਣ ਗੁਰੂ ਸਾਹਿਬ ਨੇ ਬਚਨ ਪਹਿਲਾਂ ਕਹਿ ਸਨ ਨਾ, ਉਹ ਹੁਣ ਸਾਰੇ ਸ਼ੁਰੂ ਹੋ ਗਏ। ਜਦੋਂ ਭਾਈ ਮੰਝ ਇਹ ਸਾਰਾ ਕੁਝ ਕਰਨ ਲੱਗਾ, ਜਿਹੜਾ ਇਹਦੇ ਘਰ ਦਾ ਸਾਜੋ ਸਮਾਨ ਸੀ ਕਹਿੰਦੇ ਸਾਰਾ ਨਾਸ਼ ਹੋਣਾ, ਖਤਮ ਹੋਣਾ ਸ਼ੁਰੂ ਹੋ ਗਿਆ। ਕੋਈ ਵੀ ਘਰ ਜਿਹੜਾ ਸਾਜੋ ਸਮਾਨ ਇਹਦਾ ਸੀ ਉਹ ਹੁਣ ਨਹੀਂ ਰਿਹਾ। ਤੁਰੰਗ ਮਹਿਕ ਧਨ ਭਇਓ ਵਿਨਾਸ਼, ਲੱਗੇ ਸ਼ਰੀਕ ਕਰਨ ਉਪਹਾਸ। ਕਹਿੰਦੇ ਇਹਦੇ ਘਰ ਘੋੜੇ ਸਨ, ਮੱਝਾਂ ਸਨ, ਉਹ ਸਾਰਾ ਤੇ ਧਨ ਸੀ ਸਭ ਨਾਸ ਹੋ ਗਿਆ। ਤੇ ਸ਼ਰੀਕ ਕਹਿਣ ਲੱਗੇ ਓ ਮੰਝ, ਇਹ ਤੈਨੂੰ ਸਰਾਪ ਲੱਗਾ, ਤੂੰ ਸਖੀ ਸਰਵਰ ਦੀ ਸਮਾਧ ਢਾਈ। ਵੇਖ ਲੈ ਉਹਦੀ ਪੂਜਾ ਕਰਦਾ ਸੈ ਸਾਰਾ ਕੁਝ ਮਿਲਿਆ ਸੀ ਤੇ ਤੂੰ ਬਣ ਗਿਆ ਹੁਣ ਗੁਰੂ ਕਾ ਸਿੱਖ। ਤੇ ਵੇਖ ਲੈ ਨਾ ਮੱਝਾਂ ਰਹੀਆਂ ਨੇ, ਨਾ ਧਨ ਰਿਹਾ, ਕੁਝ ਵੀ ਨਹੀਂ ਰਿਹਾ, ਤੂੰ ਲੈ ਲੈ ਸਿੱਖੀ। ਖਿਆਲ ਕਰਿਓ ਗੁਰੂ ਕੇ ਸਵਾਰਿਓ, ਅੱਜ ਵੀ ਕਈ ਵਾਰੀ ਬੰਦਾ ਪ੍ਰਪੱਕ ਨਾ ਹੋਵੇ, ਦ੍ਰਿੜ ਨਾ ਹੋਵੇ, ਇਸ ਗੱਲ ਨੂੰ ਮਿਣ ਤੋੜ ਕੇ ਬਾਹਰ ਦੀਆਂ ਸਥਿਤੀਆਂ ਨੂੰ ਮਿਣ ਤੋੜ ਕੇ ਕਹਿੰਦਾ ਵੀ ਕੀ ਫਾਇਦਾ ਹੋਇਆ, 4 ਦਿਨ ਦੁੱਖ ਆ ਜਾਏ। ਕਹਿੰਦੇ ਮੈਨੂੰ ਤੇ ਇੰਨਾ ਚਿਰ ਹੋ ਗਿਆ ਗੁਰੂ ਘਰ ਜਾਂਦੇ ਆ, ਬਾਣੀ ਪੜ੍ਹਦੇ ਆ, ਮੈਨੂੰ ਦੁੱਖ ਕਿਉਂ ਆਇਆ? ਜੇ ਕੁਝ ਹੋਰ ਨੁਕਸਾਨ ਕੋਈ ਬਹਿਰੂਨੀ ਹੋ ਜਾਏ, ਕਹਿੰਦਾ ਮੈਨੂੰ ਤਾਂ ਇਹ ਗੱਲ ਹੋਣੀ ਨਹੀਂ ਸੀ ਚਾਹੀਦੀ। ਪਰ ਨਹੀਂ ਗੁਰੂ ਕੇ ਸਵਾਰਿਓ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਿੱਖੀ ਬਹੁਤ ਉੱਤਮ ਹੈ। ਇਹਦਾ ਉਲਾਮਾ ਜੇ ਕੁਝ ਬਾਹਰੋਂ ਵਿਗੜਦਾ ਤੇ ਇਹਦਾ ਉਲਾਮਾ ਸਿੱਖੀ ਨੂੰ ਨਾ ਦੇ। ਪਤਾ ਨਹੀਂ ਗੁਰੂ ਨੇ ਤੈਨੂੰ ਕੀ ਕੁਝ ਤੇਰੇ ਅੰਦਰ ਟਿਕਾ ਦਿੱਤਾ। ਖੈਰ ਕਹਿੰਦੇ ਸ਼ਰੀਕ ਸਾਰੇ ਉਪਹਾਸ ਕਰਨ ਲੱਗੇ, ਮਖੌਲ ਕਰਨ ਲੱਗੇ ਵੀ ਮੰਝ ਨੇ ਆਪਣਾ ਘਰ ਆਪਣੇ ਹੱਥਾਂ ਨਾਲ ਹੀ ਬਰਬਾਦ ਕਰ ਲਿਆ ਹੈ। ਗ੍ਰਾਮ ਨਾਰ ਨਰ ਸਭ ਤਬ ਕਹਿਓ, ਪੀਰ ਮਾਰ ਤੇ ਸਭ ਕਿਛ ਦਹਿਓ। ਸਾਰੇ ਜਿਹੜੇ ਪਿੰਡ ਦੇ ਲੋਕ ਸਨ, ਜਿੰਨੇ ਪੁਰਸ਼ ਇਸਤਰੀਆਂ, ਸਭ ਨੇ ਕਿਹਾ, ਕਹਿਣ ਲੱਗੇ ਪੀਰ ਦੀ ਮਾਰ ਤੈਨੂੰ ਪੈ ਗਈ ਮੰਝ, ਤੂੰ ਦੀਵਾ ਬੱਤੀ ਬੰਦ ਕਰ ਦਿੱਤਾ, ਉਹਦੀ ਸਮਾਜ ਤੂੰ ਢਾ ਦਿੱਤੇ, ਪੀਰ ਦੀ ਮਾਰ ਐਸੀ ਪਈ ਏ। ਇਹਨੂੰ ਤਾਂ ਸਤਿਗੁਰਾਂ ਨੇ ਪਹਿਲਾਂ ਹੀ ਸਾਰਾ ਕੁਝ ਦੱਸ ਦਿੱਤਾ ਸੀ, ਪਰ ਉਹਨਾਂ ਨੂੰ ਇਹ ਗੱਲ ਦਾ ਪਤਾ ਹੈ ਨਹੀਂ। ਕਹਿ ਲਗੇ ਪੀਰ ਦੀ ਤੈਨੂੰ ਮਾਰ ਪਈ ਏ, ਸਾਰਾ ਕੁਝ ਤਾਂ ਹੋਇਆ ਹੈ। ਗੁਰ ਕੀ ਸਿੱਖੀ ਜਬ ਤੇ ਲੀਨਾ, ਤਬ ਤੇ ਹੋਇਓ ਸਭ ਕਿਛ ਹੀਨਾ। ਕਹਿ ਲੱਗੇ ਪਿੰਡ ਦੇ ਲੋਕ ਕਹਿੰਦੇ ਨੇ ਸੱਜਣਾ, ਜਿਸ ਦਿਨ ਤੋਂ ਤੂੰ ਗੁਰੂ ਦੀ ਸਿੱਖੀ ਲਈ ਹੈ, ਗ੍ਰਹਿਣ ਕੀਤੀ ਹੈ, ਉਸ ਦਿਨ ਤੋਂ ਸਭ ਕੁਝ ਹੀਨ ਹੋ ਗਿਆ। ਤੇਰੇ ਕੋਲ ਅੱਜ ਕੋਈ ਵੀ ਸਾਜੋ ਸਮਾਨ ਘਰ ਵਿੱਚ ਨਹੀਂ ਰਿਹਾ, ਮਾਣ ਪ੍ਰਤਿਸ਼ਠਾ ਤੇਰੀ ਨਹੀਂ ਰਹੇ। ਸਭ ਨੇ ਮਿਲ ਸੋ ਮੰਝ ਸਮਝਾਇਓ, ਪੀਰ ਕੋਪ ਕਰ ਸਕਲ ਗਵਾਇਓ। ਇੱਕ ਦਿਨ ਸਾਰੇ ਪਿੰਡ ਦੇ ਇਕੱਠੇ ਹੋ ਕੇ ਆ ਗਏ ਤੇ ਸਾਰਿਆਂ ਨੇ ਭਾਈ ਮੰਝ ਜੀ ਨੂੰ ਸਮਝਾਇਆ। ਇਉਂ ਸਮਝ ਲਓ ਵੀ ਕਮਲੇ ਸਿਆਣੇ ਨੂੰ ਸਮਝਾਉਣ ਲੱਗੇ।
ਸਾਰੇ ਇਕੱਠੇ ਹੋ ਕੇ ਆ ਗਏ ਤੇ ਕਹਿਣ ਲੱਗੇ ਮੰਝ ਆ ਸਾਰਾ ਕੁਝ ਜਿਹੜਾ ਹੋਇਆ ਨਾ ਇਹ ਪੀਰ ਦੇ ਕ੍ਰੋਧ ਕਰਕੇ ਪੀਰ ਦੀ ਕਰੋਪੀ ਕਰਕੇ ਹੋਇਆ ਹੈ। ਗੁਰ ਸਿੱਖੀ ਤਜ ਪੁੰਨ ਕਰ ਜੋਰ ਬਖਸ਼ੇ ਤੁਝ ਕੋ ਪੀਰ ਨਿਹੋਰ। ਕਹਿਣ ਲੱਗੇ ਹੁਣ ਤੈਨੂੰ ਅਸੀਂ ਇੱਕ ਸਲਾਹ ਦਿੰਨੇ ਆ ਵੀ ਚੱਲ ਜੋ ਹੋਇਆ ਸੋ ਹੋਇਆ, ਹੁਣ ਤੂੰ ਇਸ ਤਰ੍ਹਾਂ ਕਰ ਵੀ ਗੁਰ ਸਿੱਖੀ ਨੂੰ ਛੱਡ, ਗੁਰ ਸਿੱਖੀ ਤਜ, ਗੁਰ ਸਿੱਖੀ ਨੂੰ ਛੱਡ ਦੇ, ਪੁੰਨ ਕਰ ਜੋਰ, ਫਿਰ ਤੂੰ ਦੁਬਾਰਾ ਜਾ ਕੇ ਪੀਰ ਅੱਗੇ ਹੱਥ ਜੋੜ, ਸਮਾਧ ਬਣਾ ਉਹਦੀ ਸਮਾਧ ਬਣਾ ਕੇ ਪਿਆਰ ਨਾਲ ਹੱਥ ਜੋੜ ਤੇ ਜਾ ਕੇ ਬੇਨਤੀ ਕਰ ਵੀ ਪੀਰ ਜੀ ਮੇਰੇ ਤੋਂ ਗਲਤੀ ਹੋ ਗਈ। ਤੇ ਕਹਿੰਦੇ ਅਸੀਂ ਤੈਨੂੰ ਗਰੰਟੀ ਨਾਲ ਕਹਿੰਦੇ ਆ ਬਖਸ਼ੇ ਤੁਝ ਕੋ ਪੀਰ ਨੇ ਹੋਰ। ਕਹਿਣ ਲੱਗੇ ਤੈਨੂੰ ਦੁਬਾਰਾ ਮੁੜ ਕੇ ਆਉਂਦਿਆਂ ਵੇਖ ਕੇ ਨਾ ਪੀਰ ਤੈਨੂੰ ਬਖਸ਼ ਦੇਵੇਗਾ ਵੀ ਚੱਲ ਭੁੱਲ ਗਿਆ ਸੀ, ਦੁਬਾਰਾ ਆ ਗਿਆ, ਇਹਦੀਆਂ ਗਾਵਾਂ ਮੱਝਾਂ ਫਿਰ ਮੋੜਦੇ ਨੇ। ਇਹ ਸਾਰੇ ਲੋਕ ਇਹਨੂੰ ਆ ਕੇ ਇਉਂ ਸਮਝਾਉਂਦੇ ਹਨ। ਸੁਣਤ ਮੰਝ ਨੇ ਬਾਕ ਉਚਾਰੇ ਮੈਂ ਸਿੱਖ ਭਾ ਅਬ ਸਤ ਗੁਰਦੁਆਰੇ। ਬੜਾ ਕਮਾਲ ਦੇ ਬੋਲ ਉਸ ਸਿੱਖ ਨੇ ਕਹੇ, ਦ੍ਰਿੜ, ਕਿੱਡੀ ਦ੍ਰਿੜਤਾ। ਇਹ ਗੱਲ ਸੁਣ ਕੇ ਭਾਈ ਮੰਝ ਜੀ ਨੇ ਬਚਨ ਕਹਿਣ ਲੱਗੇ ਉਹ ਪਿੰਡ ਦੇ ਲੋਕੋ ਮੇਰੀ ਗੱਲ ਧਿਆਨ ਨਾਲ ਸੁਣ ਲਓ, ਮੈਂ ਸਿੱਖ ਪਾ ਅਬ ਸਤਿਗੁਰ ਦੁਆਰੇ, ਮੈਂ ਹੁਣ ਗੁਰੂ ਕੇ ਦੁਆਰੇ ਦਾ ਸਿੱਖ ਬਣ ਗਿਆ। ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਮੈਂ ਇਸ ਦੁਆਰੇ ਤੋਂ ਹੁਣ ਆਪਣਾ ਸੀਸ ਚੁੱਕਾਂ। ਮੈਂ ਗੁਰੂ ਨੂੰ ਸੀਸ ਭੇਟਾ ਕਰ ਦਿੱਤਾ ਹੈ, ਹੁਣ ਮੇਰੇ ਕੋਲ ਨਹੀਂ ਰਹਿ ਗਿਆ ਸਿਰ। ਇਸ ਤਰ੍ਹਾਂ ਦੇ ਬੋਲ ਕਹੇ। ਪੂਰ ਪਦਾਰਥ ਕਾਮ ਨ ਮੇਰੇ ਲਿਓ ਮੁਕਤ ਹੋਏ ਆਨੰਦ ਕਨੇਰੇ। ਭਾਈ ਮੰਝ ਕਹਿਣ ਲੱਗੇ ਆ ਤੇ ਝੂਠੇ ਪਦਾਰਥ ਨੇ, ਮੱਝਾਂ ਗਾਵਾਂ, ਇਹ ਤੇ ਸੰਸਾਰ ਤੱਕ ਹੀ ਨੇ। ਇਹ ਸਾਰੇ ਕੂੜੇ ਪਦਾਰਥ ਜਿਹੜੇ ਨੇ ਮੇਰੇ ਕਿਸੇ ਕੰਮ ਨਹੀਂ। ਮੈਂ ਕੇਵਲ ਮੁਕਤੀ ਪ੍ਰਾਪਤ ਕਰਨੀ ਹੈ, ਜੀਵਨ ਮੁਕਤ ਹੋਣਾ ਹੈ। ਲਿਓ ਮੁਕਤ ਹੋਏ ਆਨੰਦ ਕਨੇਰੇ, ਮੈਂ ਮੁਕਤ ਪ੍ਰਾਪਤ ਕਰਾਂਗਾ ਤੇ ਮੈਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ। ਇਸ ਕਰਕੇ ਮੈਂ ਇਸ ਰਸਤੇ ਤੇ ਚੱਲਿਆ ਹਾਂ। ਗੁਰ ਤੇ ਹੀ ਅਬ ਸਭ ਕਿਛ ਹੋਈ ਪੀਰ ਮੀਰ ਸੋ ਕਾਮ ਨਾ ਕੋਈ। ਭਾਈ ਮੰਝ ਸਾਹਿਬ ਕਹਿਣ ਲੱਗੇ ਵੀ ਮੈਨੂੰ ਗੁਰੂ ਤੋਂ ਹੀ ਹੁਣ ਸਾਰਾ ਕੁਝ ਪ੍ਰਾਪਤ ਕਰਨਾ ਹੈ। ਮੈਨੂੰ ਕਿਸੇ ਪੀਰ ਮੀਰ ਦੀ ਲੋੜ ਹੈ ਨਹੀਂ। ਨਾ ਮੈਂ ਆਪ ਝੁਕਾਂ, ਨਾ ਮੈਂ ਆਪ ਦੁਆਰਾ ਆਵਾਂ ਤੇ ਨਾ ਮੈਂ ਕਿਸੇ ਆਪਣੇ ਜਿਹੜਾ ਮੇਰੀ ਗੱਲ ਮੰਨੇ ਉਹਨੂੰ ਇੱਧਰ ਆਉਣ ਦਿਆਂ। ਮੈਨੂੰ ਕੋਈ ਪੀਰ ਮੀਰ ਨਹੀਂ ਚਾਹੀਦਾ, ਕਿਸੇ ਨਾਲ ਮੇਰਾ ਕੋਈ ਕੰਮ ਨਹੀਂ। ਮੇਰਾ ਕੰਮ ਕੇਵਲ ਤੇ ਕੇਵਲ ਧੰਨ ਗੁਰੂ ਅਰਜਨ ਸਾਹਿਬ ਜੀ ਆਪ ਸਵਾਰਨ। ਗੁਰੂ ਕੇ ਸਵਾਰੂ ਐਡੀ ਵੱਡੀ ਦ੍ਰਿੜਤਾ, ਐਡਾ ਵੱਡਾ ਭਰੋਸਾ ਜਦੋਂ ਕਿਸੇ ਜਿਗਿਆਸੂ ਦੇ ਮਨ ਵਿੱਚ ਆਉਂਦਾ ਹੈ ਤਾਂ ਨਿਸੰਦੇਹ ਸਤਿਗੁਰੂ ਫਿਰ ਆਪ ਹੀ ਉਸ ਦੇ ਜੀਵਨ ਤੇ ਕਿਰਪਾ ਕਰਦੇ ਹਨ। ਪੰਚ ਗ੍ਰਾਮ ਕੇ ਸੁਣ ਸਭ ਜਾਨੀ ਮੰਝ ਮਹਾ ਮੂਰਖ ਅਗਿਆਨੀ। ਕਹਿਣਗੇ ਪਿੰਡ ਦੇ ਜਿਹੜੇ ਪੰਚ ਸਨ, ਸਿਆਣੇ ਲੋਕ ਸਨ, ਉਹਨਾਂ ਸਾਰਿਆਂ ਨੇ ਇਹ ਗੱਲ ਸੁਣ ਕੇ ਸਭ ਨੇ ਸਮਝ ਲਿਆ। ਜਦੋਂ ਭਾਈ ਮੰਝ ਦਾ ਜਵਾਬ ਸੁਣਿਆ ਨਾ ਉਹਨਾਂ ਨੇ, ਸਾਰੇ ਪਿੰਡ ਦੇ ਲੋਕਾਂ ਨੇ ਸਮਝ ਲਿਆ ਵੀ ਮੰਝ ਮੂਰਖ ਹੋ ਗਿਆ। ਚਲੋ ਧੰਨ ਤੇ ਗਿਆ ਹੈ, ਉਹਦਾ ਵੀ ਕਾਰਨ ਇਹ ਹੈ ਕਿ ਪੀਰ ਦੀ ਮਾਰ ਵੱਜੀ, ਇਹਦੀ ਮੱਤ ਵੀ ਗਈ, ਉਹ ਵੀ ਪੀਰ ਕਰਕੇ, ਇਹਦੀ ਹੁਣ ਬੁੱਧੀ ਵੀ ਨਹੀਂ ਰਹਿ ਗਈ। ਕਹਿੰਦੇ ਇਹ ਤੇ ਅਗਿਆਨੀ ਬਣ ਗਿਆ, ਇਹ ਮੂਰਖ ਹੋ ਗਿਆ ਹੈ। ਛੀਨ ਲੀਨ ਗ੍ਰਹਿਓ ਧਨ ਸਿਰਦਾਰੀ ਸਰਬ ਸ਼ਰੀਕਨ ਦੀਨ ਨਿਕਾਰੀ। ਕਹਿਣ ਲੱਗੇ ਉਹਨਾਂ ਪੰਚਾਂ ਨੇ ਕੀ ਇਕੱਠਾ ਕੀ ਕਿਹਾ, ਕਿਉਂਕਿ ਇਹ ਚੌਧਰੀ ਸੀ। ਉਹਨਾਂ ਪੰਚਾਂ ਨੇ ਕਰਕੇ ਆਪਣੀ ਇਕੱਤਰਤਾ, ਇਹਦਾ ਘਰ ਵੀ ਖੋਲਿਆ, ਇਹਦਾ ਧਨ ਵੀ ਜਿਹੜਾ ਥੋੜਾ ਸੀ ਉਹ ਵੀ ਖੋਲਿਆ, ਤੇ ਜਿਹੜੀ ਇਹਦੀ ਸਰਦਾਰੀ ਸੀ ਚੌਧਰ ਉਹ ਵੀ ਖੋਲੇ। ਸਾਰਾ ਕੁਝ ਖੋ ਕੇ ਸਰਬ ਸ਼ਰੀਕਣ ਦੀਨ ਨਿਕਾਰੇ, ਸਾਰੇ ਸ਼ਰੀਕ ਵੀ ਨਾਲ ਰਲ ਗਏ ਤੇ ਉਹਨਾਂ ਨੇ ਸਾਰਿਆਂ ਨੇ ਰਲ ਕੇ ਇਹਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ। ਲੈ ਕਰ ਨਿਜ ਪ੍ਰਤ ਵਰਤਾ ਸੋਦਾਰਾ ਰਹਿਓ ਜਾਏ ਕਿਸ ਪੁਰੀ ਮਝਾਰਾ। ਕਵੀ ਜੀ ਕਹਿੰਦੇ ਨੇ ਇਹ ਭਾਈ ਮੰਝ ਆਪਣੀ ਪਤੀ ਵਰਤਾ ਔਰਤ ਨੂੰ ਲੈ ਕੇ ਆਖਰ ਕਿਸੇ ਪਿੰਡ ਵਿੱਚ ਜਾ ਕੇ ਬਸ ਗਿਆ, ਹੋਰ ਪਿੰਡ ਵਿੱਚ ਚਲਾ ਗਿਆ। ਪਿੰਡ ਦੇ ਲੋਕਾਂ ਨੇ, ਇਹਦੇ ਪਿੰਡ ਦੇ ਲੋਕਾਂ ਨੇ ਇਹਨੂੰ ਕੱਢ ਦਿੱਤਾ।
ਪਰ ਉਹ ਸਿੱਖੀ ਨਾਲ ਇੰਨਾ ਜੁੜਿਆ, ਗੁਰੂ ਦੇ ਚਰਨਾਂ ਨਾਲ ਪਿਆਰ ਕਰਦਾ, ਸਤਨਾਮ ਨੂੰ ਸਿਮਰਦਾ, ਪ੍ਰਵਾਹ ਨਹੀਂ ਕਿ ਮਾਲਕ ਦੇ ਚਰਨਾਂ ਨਾਲ ਹੀ ਜੁੜਨਾ, ਹੋਰ ਕੋਈ ਵੀ ਰਸਤਾ ਨਹੀਂ। ਇਸ ਤਰ੍ਹਾਂ ਭਾਈ ਮੰਝ ਸਿੱਖੀ ਨੂੰ ਕਮਾਉਣ ਲੱਗਾ। ਗੁਰੂ ਕੇ ਸਵਾਰੂ ਇਦੂ ਅੱਗੇ ਕਿਵੇਂ ਉਹ ਸਿੱਖੀ ਨੂੰ ਕਮਾਉਂਦਾ, ਕਿਵੇਂ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ, ਇਹ ਆਉਣ ਵਾਲੇ ਦੀਵਾਨਾਂ ਵਿੱਚ ਵਿਚਾਰਾਂਗੇ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਸਤਿਗੁਰੂ ਜੀ ਬਖਸ਼ਿਸ਼ ਕਰਨ। ਸੁਣੇ ਇਤਿਹਾਸ ਵਿੱਚੋਂ ਇਹ ਸਿੱਖਿਆ ਪ੍ਰਾਪਤ ਕਰਨੀ ਹੈ ਕਿ ਗੁਰੂ ਦੇ ਚਰਨਾਂ ਤੇ ਦ੍ਰਿੜਤਾ ਵਿਸ਼ਵਾਸ ਨਾਲ ਸਮਰਪਣ ਹੋ ਕੇ ਜੁੜਨਾ ਔਰ ਭਾਵਨਾ ਨਾਲ ਸਮਰਪਿਤ ਹੋ ਕੇ ਜੁੜਨ ਨਾਲ ਹੀ ਦਾਤਾਂ ਮਿਲਦੀਆਂ ਨੇ। ਸਤਿਗੁਰੂ ਮਿਹਰ ਕਰਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਗਲਤੀਆਂ ਭੁੱਲਾਂ ਦੀ ਖਿਮਾ। ਪਿਆਰ ਸਹਿਤ ਗੁਰਫਤਿਹ ਦੀ ਸਾਂਝ ਪਾਓ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।